ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੇ ਤੀਸਰੀ ਅਸ਼ਟਪਦੀ ਦੇ 7 ਬੰਦ ਕਰ ਲਏ ਸਨ। ਅੱਜ ਤੀਸਰੀ ਅਸ਼ਟਪਦੀ ਦਾ ਆਖਰੀ ਬੰਦ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਸ੍ਰੇਸ਼ਟ ਦੂਜੇ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣੀ ਹੈ, ਕਿਉਂਕਿ ਸ੍ਰੇਸ਼ਟ ਹਿੰਦੀ ਦਾ ਸ਼ਬਦ ਹੈ ਜਿਹਦਾ ਮਤਲਬ ਹੈ ਉੱਤਮ, ਵਧੀਆ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰੇ ਧਾਰਮਿਕ ਕੰਮਾਂ ਦੇ ਵਿੱਚੋਂ ਜਿਹੜਾ ਸਭ ਤੋਂ ਉੱਤਮ ਧਾਰਮਿਕ ਕਰਮ ਹੈ ਨਾ, ਉਹ ਹੈ ਹਰ ਕੋ ਨਾਮ ਜਪ। ਹਰੀ ਦਾ ਨਾਮ ਜਪੋ, ਨਿਰਮਲ ਕਰਮ। ਇਹੀ ਪਵਿੱਤਰ ਕਰਮ ਹੈ। ਸਾਰੇ ਕਰਮਾਂ ਨਾਲੋਂ ਪਵਿੱਤਰ ਕਰਮ ਹੈ ਹਰੀ ਦਾ ਨਾਮ ਜਪਣਾ। ਸਾਰੇ ਧਾਰਮਿਕ ਕਰਮਾਂ 'ਚੋਂ ਸ੍ਰੇਸ਼ਟ ਕਰਮ ਹੈ ਹਰੀ ਦਾ ਨਾਮ ਜਪਣਾ। ਕਿਉਂਕਿ ਮਨ ਭਾਵੇਂ ਕਿਤਨਾ ਵੀ ਮੈਲਾ ਕਿਉਂ ਨਾ ਹੋਵੇ, ਜਨਮਾਂ ਜਨਮਾਂਤਰਾਂ ਦੀ ਇਸ ਨੂੰ ਕਿਉਂ ਨਾ ਮੈਲ ਲੱਗੀ ਹੋਵੇ, ਇਹ ਜਿਹੜਾ ਪਰਮਾਤਮਾ ਦਾ ਨਾਮ ਹੈ, ਇਹ 'ਚ ਇੰਨੀ ਸ਼ਕਤੀ ਹੈ ਕਿ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਮਨ ਨੂੰ ਲੱਗੀ ਹੈ, ਇਸ ਨਾਮ ਨੇ ਲਾਹ ਦੇਣਾ ਹੈ। ਜਦੋਂ ਮੈਲ ਲੈ ਗਈ, ਮਨ ਨਿਰਮਲ ਹੋ ਗਿਆ। ਜਦੋਂ ਮਨ ਨਿਰਮਲ ਹੋ ਗਿਆ ਤਾਂ ਫਿਰ ਇਹ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਮੈਲੇ ਮਨ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਪਰਮਾਤਮਾ ਦੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੈ ਕਿ ਉਹਦੇ ਵਰਗਾ ਹੀ ਹੋਇਆ ਜਾਵੇ। ਅਤੇ ਪਰਮਾਤਮਾ ਹੈਗਾ ਪਵਿੱਤਰ, ਅਤੇ ਪਵਿੱਤਰ ਹੀ ਚੀਜ਼ ਪਵਿੱਤਰ ਨਾਲ ਮਿਲ ਸਕਦੀ ਹੈ। ਜਿਵੇਂ ਸੁੱਚਾ ਭਾਂਡਾ ਹੀ ਸੁੱਚੇ ਭਾਂਡਿਆਂ 'ਚ ਰੱਖਿਆ ਜਾਂਦਾ ਹੈ। ਜੇ ਬੱਚਾ ਕੋਈ ਗਲਤੀ ਨਾਲ ਜੂਠਾ ਬਰਤਨ ਸੁੱਚੇ ਬਰਤਨਾਂ 'ਚ ਰੱਖਣ ਲੱਗੇ ਤਾਂ ਮਾਂ ਝਿੜਕ ਦਿੰਦੀ ਹੈ, ਓਏ ਇੱਥੇ ਨਾ ਰੱਖ, ਇਹਨੂੰ ਜਿਹੜੇ ਧੋਣ ਵਾਲੇ ਬਰਤਨਾਂ 'ਚ ਰੱਖ। ਤੁਸੀਂ ਨੋਟ ਕੀਤਾ ਹੋਣਾ, ਤੁਹਾਡੀ ਰਸੋਈ ਦੇ ਵਿੱਚ ਇੱਕ ਚਬੱਚਾ ਬਣਿਆ ਹੁੰਦਾ ਹੈ। ਜਿੰਨੇ ਜੂਠੇ ਭਾਂਡੇ ਨੇ ਤੁਸੀਂ ਉਸ ਚਬੱਚੇ 'ਚ ਰੱਖਦੇ ਹੋ, ਭਾਵ ਉਹਨਾਂ ਨੂੰ ਨੀਵੇਂ ਥਾਂ 'ਤੇ ਰੱਖਦੇ ਹੋ। ਜਦੋਂ ਉਹਨਾਂ ਨੂੰ ਮਾਂਜ ਲੈਂਦੇ ਹੋ, ਸਾਫ਼ ਕਰ ਲੈ, ਫਿਰ ਉਹਨੂੰ ਉੱਚੇ ਥਾਂ 'ਤੇ ਰੱਖਦੇ ਹੋ। ਇਸ ਲਈ ਜੂਠਾ ਭਾਂਡਾ ਐਂ ਸਮਝੋ ਨੀਵਾਂ ਹੈ, ਸੁੱਚਾ ਭਾਂਡਾ ਉੱਚਾ ਹੈ। ਪਰਮਾਤਮਾ ਨਿਰਮਲ ਹੈ। ਸਾਨੂੰ ਲੱਗੀ ਹੈ ਮੈਲ, ਇਸ ਲਈ ਸਾਡਾ ਉਹਦੇ ਨਾਲ ਮੇਲ ਹੀ ਨਹੀਂ ਹੁੰਦਾ। ਜਦੋਂ ਅਸੀਂ ਨਿਰਮਲ ਹੋ ਜਾਵਾਂਗੇ, ਫਿਰ ਜਾ ਕੇ ਉਸ ਨਿਰਮਲ ਸਾਡਾ ਮੇਲ ਹੋ ਸਕਦਾ ਹੈ। ਇਸ ਲਈ ਕਹਿੰਦੇ ਸਾਰੇ ਧਰਮਾਂ 'ਚੋਂ, ਭਾਵ ਸਾਰੇ ਧਾਰਮਿਕ ਕਰਮਾਂ ਦੇ ਵਿੱਚੋਂ ਸਭ ਤੋਂ ਉੱਤਮ ਕਰਮ ਹੈ ਹਰੀ ਦਾ ਨਾਮ ਜਪਣਾ। ਇਹ ਹੈ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ। ਸਾਰੀਆਂ ਕਿਰਿਆਵਾਂ ਦੇ ਵਿੱਚੋਂ ਸਭ ਤੋਂ ਉੱਤਮ ਕਿਰਿਆ ਕੀ ਹੈ? ਸਾਧ ਸੰਗ ਦੁਰਮਤ ਮਲ ਹਿਰਿਆ। ਗੁਰੂ ਦੀ ਸੰਗਤ 'ਚ ਆ ਕੇ ਭੈੜੀ ਮਤ ਕਰ ਜਿਹੜੀ ਮਨ ਨੂੰ ਮੈਲ ਲੱਗ ਗਈ ਨਾ, ਹਿਰਿਆ, ਮਨੁੱਖ ਉਸ ਨੂੰ ਦੂਰ ਕਰ ਲੈਂਦਾ ਹੈ। ਸੋ ਸਾਰੀਆਂ ਕਿਰਿਆਵਾਂ 'ਚ ਆਪਾਂ ਕਈ ਪ੍ਰਕਾਰ ਦੇ ਕੰਮ ਕਰਦੇ ਹਾਂ, ਪਰ ਸਾਰੇ ਕੰਮਾਂ ਦੇ ਵਿੱਚੋਂ ਉੱਤਮ ਕੰਮ ਹੈ ਸਤ ਸੰਗਤ ਕਰਕੇ ਆਪਣੇ ਮਨ ਦੀ ਮੈਲ ਨੂੰ ਲਾਹ ਲੈਣਾ। ਇਹ ਉੱਤਮ ਕਿਰਿਆ ਹੈ। ਸਗਲ ਉਦਮ ਮੈਂ ਉਦਮ ਭਲਾ। ਮਨੁੱਖ ਮੰਨ ਲਓ ਬੱਚੇ ਦੀ ਇੰਟਰਵਿਊ ਹੈ ਸਵੇਰੇ ਸਵੇਰੇ, ਉਹ 3 ਵਜੇ ਉੱਠੇਗਾ, 4 ਵਜੇ ਉੱਠੇਗਾ, ਤਿਆਰ ਹੋਵੇਗਾ, ਬੱਸ ਫੜੇਗਾ, ਉੱਥੇ ਪਹੁੰਚੇਗਾ। ਉੱਦਮ ਕਰ ਰਹੇ ਹੋ। ਇਹ ਮਨੁੱਖ ਜਿਹੜਾ ਹੈ ਸੰਸਾਰਿਕ ਕੰਮਾਂ ਲਈ ਤਾਂ ਬੜਾ ਉੱਦਮ ਕਰਦਾ ਹੈ, ਪਰ ਗੁਰੂ ਮਹਾਰਾਜ ਕਹਿੰਦੇ ਸਗਲ ਉੱਦਮ ਮੈਂ ਉੱਦਮ ਭਲਾ। ਸਾਰੇ ਉੱਦਮਾਂ ਦੇ ਵਿੱਚੋਂ ਸਭ ਤੋਂ ਭਲਾ ਉੱਦਮ ਕੀ ਹੈ? ਹਰ ਕਾ ਨਾਮ ਜਪੋ ਜੀ ਸਦਾ। ਭਾਈ ਸਦਾ ਹੀ ਮਨ ਕਰਕੇ, ਜੀ ਮਨ ਨੂੰ ਕਹਿੰਦੇ ਨੇ, ਮਨ ਲਾ ਕੇ ਸਦਾ ਹੀ ਪਰਮਾਤਮਾ ਦਾ ਨਾਮ ਜਪੋ। ਅਸਲ ਇਹ ਹੈ ਉੱਦਮ।
ਠੀਕ ਹੈ, ਹੋਰ ਉਦਮ ਵੀ ਚੰਗੇ ਹੋਣਗੇ, ਭਲੇ ਕੰਮਾਂ ਲਈ ਜੋ ਆਪਾਂ ਉਦਮ ਕਰ ਰਹੇ ਹਾਂ ਉਹ ਭਲਾ ਹੈ, ਪਰ ਸਾਰੇ ਉਦਮਾਂ 'ਚੋਂ ਭਲਾ ਉਦਮ ਹੈ ਹਰੀ ਦਾ ਨਾਮ ਜਪਣਾ। ਉਹ ਵੀ ਮਨ ਕਰਕੇ ਜਪਣਾ। ਇਹ ਨਹੀਂ ਕਿ ਮਨ ਕਰ ਹੀ ਨਹੀਂ ਰਿਹਾ ਅਤੇ ਬੰਦਾ ਫਿਰ ਵੀ ਪਾਠ ਕਰ ਰਿਹਾ, ਵਾਹਿਗੁਰੂ ਕਰ ਰਿਹਾ, ਨਹੀਂ, ਮਨ ਕਰਕੇ ਕਰਨਾ। ਮਨ ਵੀ ਇਸ ਕੰਮ ਲਈ ਤਿਆਰ ਹੋਵੇ। ਉਸੇ ਕੰਮ ਦੇ ਵਿੱਚ ਹੀ ਕਾਮਯਾਬੀ ਮਿਲਦੀ ਹੈ ਜਿਸ ਕੰਮ ਦੇ ਵਿੱਚ ਮਨ ਹਾਜ਼ਰ ਹੈ। ਹੁਣ ਦੇਖੋ, ਸੁਲਤਾਨਪੁਰ ਲੋਧੀ ਦੀ ਮਸੀਤ ਦੇ ਵਿੱਚ ਨਮਾਜ਼ ਪੜ੍ਹਨ ਲੱਗੇ ਨੇ। ਗੁਰੂ ਨਾਨਕ ਦੇਵ ਜੀ ਨੇ ਉੱਥੋਂ ਦਾ ਨਵਾਬ ਵੀ ਹੈ, ਕਾਜ਼ੀ ਵੀ ਹੈ, ਪਰ ਕਾਜ਼ੀ ਅਤੇ ਨਵਾਬ ਦਾ ਜਿਹੜਾ ਮਨ ਹੈ ਉਹ ਨਮਾਜ਼ ਦੇ ਵਿੱਚ ਨਹੀਂ ਹੈ। ਇਸ ਲਈ ਗੁਰੂ ਨਾਨਕ ਜਿਹੜੀ ਕਿਹਾ, ਤੁਹਾਡੀ ਜਿਹੜੀ ਨਮਾਜ਼ ਪੜ੍ਹੀ ਨਾ ਉਹ ਅੱਲਾ ਦੀ ਦਰਗਾਹ 'ਚ ਪ੍ਰਵਾਨ ਨਹੀਂ ਹੋਈ। ਠੀਕ ਹੈ, ਨਮਾਜ਼ ਤਾਂ ਤੁਸੀਂ ਪੜ੍ਹੀ ਪਰ ਤੁਹਾਡਾ ਮਨ ਨਹੀਂ ਸੀ ਉੱਥੇ। ਉਸੇ ਕੰਮ ਦੇ ਵਿੱਚ ਹੀ ਕਾਮਯਾਬੀ ਮਿਲਦੀ ਜਿਸ ਕੰਮ 'ਚ ਮਨ ਹੋਵੇ, ਭਾਵ ਧਿਆਨ ਹੋਵੇ। ਇੱਕੋ ਹੀ ਗੱਲ, ਉਹ ਤੇਰਾ ਮਨ ਕਿੱਥੇ ਗਿਆ, ਕੋਈ ਕਹਿੰਦਾ ਉਹ ਤੇਰਾ ਧਿਆਨ ਕਿੱਥੇ ਗਿਆ। ਮਨ ਦਾ ਹਾਜ਼ਰ ਹੋਣਾ ਹੀ ਧਿਆਨ ਹੋਣਾ ਹੈ। ਹੁਣ ਜੇ ਤੁਸੀਂ ਧਿਆਨ ਨਾਲ ਤੁਰ ਰਹੇ ਹੋ ਫਿਰ ਐਕਸੀਡੈਂਟ ਨਹੀਂ ਹੋ ਸਕਦਾ। ਜੇ ਤੁਸੀਂ ਬੇਧਿਆਨ ਹੋ ਕੇ ਕਾਰ, ਸਕੂਟਰ, ਮੋਟਰਸਾਈਕਲ, ਕੋਈ ਹੋਰ ਵਹੀਕਲ ਚਲਾਓਗੇ ਤਾਂ ਉਹ ਦੁਰਘਟਨਾ ਹੋ ਸਕਦੀ ਹੈ, ਕਿਉਂਕਿ ਧਿਆਨ ਚਲਾਉਣ ਵਿੱਚ ਨਹੀਂ ਸੀ। ਇਸ ਲਈ ਮਨ ਕਰਕੇ ਪਰਮਾਤਮਾ ਦਾ ਨਾਮ ਜਪਣਾ। ਫਿਰ ਕੀ ਹੋ ਗਿਆ, ਸਾਰੇ ਉਦਮਾਂ ਦੇ ਵਿੱਚ ਸਭ ਤੋਂ ਭਲਾ ਉਦਮ ਹੈ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ। ਜਿੰਨੀਆਂ ਵੀ ਬੋਲ ਚਾਲ ਨੇ, ਕੋਈ ਕੁਛ ਬੋਲਦਾ ਹੈ, ਕੋਈ ਕੁਛ ਬੋਲਦਾ ਹੈ, ਸਭ ਤੋਂ ਉੱਤਮ ਬਾਣੀ ਕਿਹੜੀ ਹੈ? ਸਭ ਤੋਂ ਅੰਮ੍ਰਿਤਮਈ ਬਾਣੀ, ਮਿੱਠੀ ਬਾਣੀ ਕਿਹੜੀ ਹੈ? ਸਾਰੀਆਂ ਬਾਣੀਆਂ 'ਚੋਂ ਅੰਮ੍ਰਿਤਮਈ ਬਾਣੀ ਹੈ। ਹਰ ਕੋ ਜਸ ਸੁਣ ਰਸਨ ਬਖਾਣੀ। ਹਰੀ ਦਾ ਜਸ ਸੁਣਨਾ ਅਤੇ ਰਸਨਾ ਦੇ ਨਾਲ ਉਸ ਦਾ ਵਰਣਨ ਕਰਨਾ। ਹਰੀ ਦਾ ਜਸ ਸੁਣਨਾ ਅਤੇ ਰਸਨਾ ਨਾਲ ਦੂਜਿਆਂ ਨੂੰ ਸੁਣਾਉਣਾ, ਬਖਾਣ ਕਰਨਾ, ਦੂਜੇ ਨੂੰ ਸੁਣਾਉਣਾ। ਇਹ ਹੈ ਸਾਰੀਆਂ ਬਾਣੀਆਂ ਦੇ ਵਿੱਚੋਂ ਅੰਮ੍ਰਿਤ ਬਾਣੀ। ਸਗਲ ਥਾਨ ਤੇ ਉਹ ਉਤਮ ਥਾਨ। ਸਾਰਿਆਂ ਥਾਵਾਂ ਦੇ ਵਿੱਚੋਂ ਉਹ ਥਾਂ ਉੱਤਮ ਹੈ। ਕਿਹੜਾ? ਨਾਨਕ ਜਿਹ ਘਟ ਵਸੈ ਹਰ ਨਾਮ। ਖਿਆਲ ਰੱਖਣਾ, ਇਹਨੂੰ ਜਿਹ ਪੜ੍ਹਨਾ। ਜਜਨ ਸਿਆਰੀ ਹਾ ਜਿਹ। ਸਾਰੇ ਮੇਰੇ ਮਗਰ ਬੋਲੋ, ਜਿਹ 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 ਜਿਹ। ਬਹੁਤ ਸਾਰੇ ਪਾਠੀ ਇਸ ਨੂੰ ਜੈ ਪੜ੍ਹ ਦਿੰਦੇ ਨੇ, ਉਹ ਗਲਤ ਮਲਤ ਹੋ ਜਾਂਦਾ ਹੈ। ਬਾਣੀ ਨੂੰ ਬੜੇ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਊੜਾੜਾ ਤਾਂ ਦੇਖੋ ਆਪਾਂ ਨੂੰ ਸਾਰਿਆਂ ਨੂੰ ਨਹੀਂ ਆਉਂਦਾ ਹੈਗਾ। ਗੱਲ ਊੜੇ ਆੜੇ ਦੀ ਨਹੀਂ ਹੁੰਦੀ, ਗੱਲ ਤਾਂ ਉਸ ਨੂੰ ਜੋੜਨ ਦੀ ਹੈ ਕਿ ਦੋ ਅੱਖਰਾਂ ਤਿੰਨ ਅੱਖਰਾਂ ਨੂੰ ਬੰਦਾ ਕਿਵੇਂ ਜੋੜਦਾ ਹੈ। ਵੀ ਜੱਜਨ ਸਿਆਰੀ ਹਾ ਜੇ ਹਾ ਨਾਲ ਜੇ। ਨਾਨਕ ਜਿਹ ਘਟ ਵਸੈ ਹਰ ਨਾਮ। ਜਿਸ ਘਟ, ਜਿਸ ਹਿਰਦੇ ਵਿੱਚ ਨਾਮ ਵਸ ਜਾਂਦਾ ਨਾ, ਉਹ ਹਿਰਦਾ, ਉਹ ਥਾਂ ਸਭ ਤੋਂ ਉੱਤਮ ਹੋ ਜਾਂਦਾ ਹੈ। ਹੁਣ ਜਿੱਥੇ ਬੈਠ ਕੇ ਸੰਤ ਮਹਾਤਮਾ ਗੁਰੂ ਤਪੱਸਿਆ ਕਰਦੇ ਨੇ, ਨਾਮ ਜਪਦੇ ਨੇ, ਉਹ ਥਾਂ ਬੜੀ ਪਵਿੱਤਰ ਹੋ ਜਾਂਦੀ ਹੈ। ਇੱਕ ਵਾਰੀ ਸ਼ਿਵ ਜੀ ਮਹਾਰਾਜ ਅਤੇ ਪਾਰਵਤੀ ਆਕਾਸ਼ 'ਚ ਜਾ ਰਹੇ ਨੇ। ਸ਼ਿਵ ਜੀ ਮਹਾਰਾਜ ਨੇ ਇੱਕ ਥਾਂ 'ਤੇ ਉੱਡਣ ਖਟੋਲਾ, ਜਿਹਨੂੰ ਅੱਜ ਕੱਲ੍ਹ ਹੈਲੀਕਾਪਟਰ ਕਹਿੰਦੇ ਨੇ, ਉੱਡਣ ਖਟੋਲਾ ਜਿਹੜਾ ਹੈ ਹੇਠਾਂ ਉਤਾਰਿਆ। ਪਾਰਵਤੀ ਕਹਿੰਦੇ, ਪਾਰਵਤੀ ਤੂੰ ਇੱਥੇ ਹੀ ਬੈਠ, ਮੈਂ ਹੁਣੇ ਆਇਆ। ਸਾਹਮਣੇ ਗਏ ਨੇ, ਇੱਕ ਥਾਂ ਨੂੰ ਸ਼ਿਵ ਜੀ ਮਹਾਰਾਜ ਨੇ ਮੱਥਾ ਟੇਕਿਆ ਅਤੇ ਵਾਪਸ ਆ ਗਏ। ਪਾਰਵਤੀ ਕਹਿੰਦੇ, ਸੁਆਮੀ ਜੀ ਉੱਥੇ ਕੋਈ ਸੰਤ ਮਹਾਤਮਾ ਤਾਂ ਹੈ ਨਹੀਂ ਸੀ, ਤੁਸੀਂ ਕਿਹਨੂੰ ਮੱਥਾ ਟੇਕਿਆ? ਕਹਿੰਦੇ, ਪਾਰਵਤੀ ਅੱਜ ਤੋਂ 200 ਸਾਲ ਪਹਿਲਾਂ ਉਸ ਧਰਤੀ ਜਿੱਥੇ ਮੈਂ ਮੱਥਾ ਟੇਕਿਆ ਬੈਠ ਕੇ ਸੰਤਾਂ ਨੇ ਤਪੱਸਿਆ ਕੀਤੀ ਸੀ, ਉਹ ਧਰਤੀ ਇੰਨੀ ਪਵਿੱਤਰ ਹੋ ਗਈ ਕਿ ਮੈਂ ਉਸ ਨੂੰ ਮੱਥਾ ਟੇਕ ਕੇ ਆਇਆ ਹਾਂ।
ਇਸ ਲਈ ਜਿੱਥੇ ਬੈਠ ਕੇ ਨਾਮ ਜਪਿਆ ਜਾਂਦਾ ਨਾ, ਉਹ ਤੇ ਧਰਤੀ ਹੀ ਪਵਿੱਤਰ ਹੋ ਜਾਂਦੀ ਹੈ। ਉਹ ਹਿਰਦਾ ਹੀ ਅਸਲ 'ਚ ਪਵਿੱਤਰ ਹੈ, ਜਿਸ ਹਿਰਦੇ ਦੇ ਵਿੱਚ ਨਾਮ ਜਪਿਆ ਜਾਂਦਾ ਹੈ। ਉਹੀ ਥਾਂ ਪਵਿੱਤਰ ਹੈ ਜਿੱਥੇ ਬੈਠ ਕੇ ਨਾਮ ਜਪਿਆ ਜਾਂਦਾ ਹੈ। ਇੱਥੋਂ ਤੱਕ 3 ਅਸ਼ਟਪਦੀਆਂ ਪੂਰੀਆਂ ਹੋ ਗਈਆਂ ਨੇ। ਹੁਣ ਚੌਥੀ ਅਸ਼ਟਪਦੀ ਸ਼ੁਰੂ ਹੋਣੀ ਹੈ। ਹਰ ਇੱਕ ਅਸ਼ਟਪਦੀ ਦੇ ਆਰੰਭ 'ਚ ਸ਼ਲੋਕ ਹੈ। ਸ਼ਲੋਕ ਦੇ ਵਿੱਚ ਸਾਰੀ ਅਸ਼ਟਪਦੀ ਦਾ ਤੱਤ ਸਾਰ ਹੁੰਦਾ ਹੈ। ਇਹ ਤੱਤ ਸਾਰ ਹੁੰਦਾ ਸ਼ਲੋਕ ਦੇ ਵਿੱਚ। ਅਸ਼ਟਪਦੀ ਉਸ ਸ਼ਲੋਕ ਦੀ ਵਿਆਖਿਆ ਫਿਰ ਹੁੰਦੀ ਹੈ ਅੱਗੇ। ਹੁਣ ਸ਼ਲੋਕ 'ਚ ਪੰਚਮ ਪਾਤਸ਼ਾਹ ਕਹਿੰਦੇ, ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ। ਇਹਨੂੰ ਸੰਭਾਲ ਬੋਲੇ, ਮੰਮੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ। ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭੀ ਨਾਲ। ਨਿਰਗੁਣਿਆਰ, ਜਿਹਦੇ ਕੋਈ ਗੁਣ ਨਾ ਹੋਵੇ। ਇਆਣਿਆ, ਇੱਕ ਹੁੰਦਾ ਸਿਆਣਾ, ਉਹਦਾ ਵਿਰੋਧੀ ਸ਼ਬਦ ਹੈ ਇਆਣ, ਅਗਿਆਨੀ। ਸਿਆਣੇ ਦਾ ਵਿਰੋਧੀ ਸ਼ਬਦ ਹੈ ਅਗਿਆਨੀ। ਹੇ ਨਿਰਗੁਣਿਆਰਿਆ, ਹੇ ਅਗਿਆਨੀ ਬੰਦਿਆ, ਸੋ ਪ੍ਰਭ ਸਦਾ ਸੰਭਾਲ। ਤੂੰ ਉਸ ਪਰਮਾਤਮਾ ਨੂੰ ਸਦਾ ਯਾਦ ਕਰ। ਕਿਸ ਪਰਮਾਤਮਾ ਨੂੰ? ਜੇ ਤੰਦਾ ਪ੍ਰਭ ਸਦਾ ਸੰਭਾਲ, ਤੂੰ ਪਰਮਾਤਮਾ ਨੂੰ ਯਾਦ ਕਰ। ਇਸ ਲਿਖਿਆ ਸੋ ਪ੍ਰਭ ਸਦਾ ਸੰਭਾਲ। ਤੂੰ ਉਸ ਪਰਮਾਤਮਾ ਨੂੰ ਯਾਦ ਕਰ, ਜਿਨ ਕੀਆ, ਜਿਸ ਨੇ ਤੈਨੂੰ ਪੈਦਾ ਕੀਤਾ। ਜਿਨ ਦੇ 2 ਸਰੂਪ ਬਾਣੀ ਚਾਹੁੰਦੇ ਨੇ। ਇੱਕ ਹੈ ਜੱਜੇ ਨੂੰ ਸਿਆਰੀ ਨੰਨਾ, ਇੱਕ ਹੈ ਜੱਜੇ ਨੂੰ ਸਿਆਰੀ ਨੰਨੇ ਨੂੰ ਸਿਆਰੀ। ਜੇ ਸਿਆਰੀ ਤੋਂ ਬਿਨਾਂ ਜਿਹੜਾ ਜਿਨ ਹੈ, ਜੱਜੇ ਨੂੰ ਸਿਆਰੀ ਨੰਨਾ ਜਿਨ, ਇਹ ਹੁੰਦਾ ਬਹੁਵਚਨ। ਜਿਨ੍ਹਾਂ ਨੇ, ਇਹ ਨੰਨੇ ਨੂੰ ਸਿਆਰੀ, ਇਹ ਹੋ ਗਏ ਇੱਕ ਵਚਨ। ਜਿਨ ਕੀਆ, ਜਿਸ ਨੇ ਤੈਨੂੰ ਕੀਤਾ ਹੈ, ਬਣਾਇਆ ਹੈ, ਪੈਦਾ ਕੀਤਾ ਹੈ। ਜੋ ਨੰਨੇ ਨੂੰ ਸਿਆਰੀ ਲੱਗ ਗਈ ਹੈ, ਇਹ ਇੱਕ ਵਚਨ ਹੋ ਗਿਆ। ਜਿਨ ਕੀਆ, ਜਿਸ ਨੇ ਤੈਨੂੰ ਕੀਤਾ ਬਣਾਇਆ ਹੈ, ਤਿਸ ਚੀਤ ਰੱਖ, ਉਹਨੂੰ ਸਦਾ ਮਨ 'ਚ ਯਾਦ ਰੱਖ। ਨਾਨਕ ਨਿਭੀ ਨਾਲ। ਹੇ ਇਨਸਾਨ, ਇਹ ਪਰਮਾਤਮਾ ਹੀ ਤੇਰੇ ਨਾਲ ਨਿਭੇਗਾ। ਜਿਹੜਾ ਸੰਸਾਰ ਹੈ, ਰਿਸ਼ਤੇਦਾਰ ਨੇ, ਦੋਸਤ ਮਿੱਤਰ ਨੇ, ਵੈਸੇ ਤਾਂ ਮਰਨ ਤੱਕ ਕਈ ਨਿਭਦੇ ਹੀ ਨਹੀਂ ਹੈਗੇ। ਸਕੇ ਭਰਾ ਆਪੇ ਲੜ ਪੈਂਦੇ ਨੇ। ਕਈ ਵਾਰੀ ਪੁੱਤਰ ਆਪਣੇ ਮਾਂ ਬਾਪ ਨੂੰ ਕਤਲ ਕਰਦਾ, ਰੋਜ਼ ਅਖਬਾਰ 'ਚ ਆਉਂਦਾ। ਕੱਲ੍ਹ ਵੀ ਆਇਆ ਸੀ, ਪੁੱਤਰ ਨੇ ਮਾਂ ਕਤਲ ਕਰਤੀ, ਕੋਈ ਪੁੱਤਰ ਨੇ ਬਾਪ ਕਤਲ ਕਰਤਾ ਹੈ। ਉਹਨਾਂ ਕੀ ਸੁਆਹ ਨਿਭਣਾ। ਕੋਈ ਦੋਸਤ ਮਿੱਤਰ ਰਿਸ਼ਤੇਦਾਰ ਮੰਨ ਲਓ ਮਰਨ ਤੱਕ ਵੀ ਨਿਭ ਗਿਆ ਹੈ, ਉਹ ਮਰਨ ਤੋਂ ਬਾਅਦ ਨਾਲ ਨਹੀਂ ਤੁਹਾਡੇ ਜਾ ਸਕਦਾ। ਫਿਰ ਉਹ ਤਾਂ ਅੱਧ ਤੱਕ ਹੀ ਨਿਭਿਆ ਨਾ। ਮਰਨ ਤੋਂ ਬਾਅਦ ਵੀ ਤਾਂ ਕਿੰਨਾ ਲੰਮਾ ਪੈਂਡਾ ਤੈਅ ਕਰਨਾ। ਪੰਚਮ ਪਾਤਸ਼ਾਹ ਕਹਿੰਦੇ ਉਹ ਇੰਨਾ ਪੈਂਡਾ ਲੰਮਾ, ਗਣੇ ਜਾਹੇ ਨਾ ਕੋਸਾ। ਉਹਦੇ 'ਤੇ ਕਿਲੋਮੀਟਰ ਹੀ ਨਹੀਂ ਗਿਣੇ ਜਾ ਸਕਦੇ, ਇੰਨੀ ਦੂਰ ਇਸ ਜੀਵ ਨੇ ਧਰਮਰਾਜ ਕੋਲ ਜਾਣਾ ਹੈ। ਇਹ ਤਾਂ ਪਰਮਾਤਮਾ ਦਾ ਨਾਮ ਹੈ, ਜਿਹੜਾ ਮਨੁੱਖ ਦੇ ਨਾਲ ਲੋਕ ਪਰਲੋਕ 'ਚ ਨਿਭਦਾ ਹੈ। ਲੋਕ ਵਿੱਚ ਹੀ ਸਹਾਇਤਾ ਕਰਦਾ, ਪਰਲੋਕ ਜਿਸ 'ਤੇ ਆਪਾਂ ਜਾਣਾ ਉਸ ਲੋਕ 'ਚ ਵੀ ਸਹਾਇਤਾ ਕਰਦਾ ਹੈ। ਕਹਿੰਦੇ ਹੇ ਨਿਰਗੁਣਿਆਰਿਆ, ਹੇ ਅਗਿਆਨੀਆਂ, ਜਿਸ ਪਰਮਾਤਮਾ ਨੇ ਤੈਨੂੰ ਬਣਾਇਆ, ਉਸ ਪਰਮਾਤਮਾ ਨੂੰ ਸਦਾ ਯਾਦ ਰੱਖ, ਉਹਨੂੰ ਸਦਾ ਚਿੱਤ 'ਚ ਵਸਾ ਕੇ ਰੱਖ, ਉਹੀ ਤੇਰੇ ਨਾਲ ਨਿਭੇਗਾ। ਅੱਗੇ ਕਹਿੰਦੇ ਅਸ਼ਟਪਦੀ। ਅਸ਼ਟ, ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ। ਇਹ ਹਿੰਦੀ ਦਾ ਸ਼ਬਦ ਹੈ। ਅਸ਼ਟ ਮੈਨੇ 8, ਪਦੀ ਇਹ ਪਦ ਜਿਹੜੇ ਨੇ, 8 ਪਦ ਵਾਲੀ ਜਿਹੜੀ ਹੈ ਉਹ ਅਸ਼ਟਪਦੀ ਕਹਿੰਦੇ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਦ੍ਰਿਸ਼ਟਾਨੀ, ਦੱਦੇ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ।
ਦ੍ਰਿਸ਼ਟਾਨੀ, ਜੇ ਦਿਸਣਾ ਮਤਲਬ। ਰਮਈਆ ਪਰਮਾਤਮਾ ਨੂੰ ਕਹਿੰਦੇ ਨੇ। ਰਾਮ ਕਿਹਨੂੰ ਕਹਿੰਦੇ? ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਜਿਹੜਾ ਸਾਰਿਆਂ 'ਚ ਵਸਦਾ ਹੈ, ਉਸ ਪਰਮਾਤਮਾ ਕਹਿੰਦੇ ਰਾਮ। ਰਾਮ ਰਮਈਆ ਇੱਕੋ ਹੀ ਗੱਲ ਹੈ। ਭਾਵ ਪਰਮਾਤਮਾ ਰਮਈਆ ਕੇ ਗੁਣ ਚੇਤ ਪ੍ਰਾਣੀ, ਹੈ ਪ੍ਰਾਣੀ ਹੈ ਇਨਸਾਨ, ਤੂੰ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ। ਹੁਣ ਦੇਖੋ, ਮੂਲ ਮੰਤਰ ਸਾਰਾ ਹੀ ਪਰਮਾਤਮਾ ਦੇ ਗੁਣ ਹੈ। ਹੁਣ ਮੂਲ ਮੰਤਰ ਇੱਕ ਓੰਕਾਰ। ਆਪਾਂ ਆਮ ਤੌਰ 'ਤੇ ਇੱਕ ਓੰਕਾਰ ਆਖਦੇ ਹਾਂ। ਭਾਈ ਗੁਰਦਾਸ ਇਸ ਨੂੰ ਆਪਣੀ ਕਵਿਤ ਦੇ ਵਿੱਚ ਏਕ ਓੰਕਾਰ ਲਿਖਦੇ ਨੇ। ਚਲੋ ਤਾਂ ਇੱਕੋ ਹੀ ਗੱਲ ਹੈ। ਇੱਕ ਪੰਜਾਬੀ ਦਾ, ਏਕ ਹਿੰਦੀ ਦਾ ਹੈ। ਇੱਕ ਓੰਕਾਰ, ਏਕ ਓੰਕਾਰ ਇੱਕੋ ਹੀ ਗੱਲ ਹੈ। ਉਸ ਇੱਕ ਤੋਂ ਹੀ ਸਾਰਾ ਇਹ ਸੰਸਾਰ ਬਣਿਆ। ਓੰਕਾਰ ਪਰਮਾਤਮਾ ਤੋਂ ਹੀ ਸਾਰਾ ਸੰਸਾਰ ਬਣਿਆ ਹੋਇਆ ਹੈ। ਸਤਿਨਾਮ, ਉਹਦਾ ਨਾਮ ਸਦਾ ਰਹਿਣ ਵਾਲਾ, ਕਿਉਂਕਿ ਪਰਮਾਤਮਾ ਸਦਾ ਰਹਿਣ ਵਾਲਾ, ਇਸ ਲਈ ਉਹਦਾ ਨਾਮ ਵੀ ਸਦਾ ਰਹਿਣ ਵਾਲਾ। ਕਰਤਾ, ਉਹ ਸਾਰਿਆਂ ਨੂੰ ਬਣਾਉਣ ਵਾਲਾ ਹੈ। ਪੁਰਖ, ਉਹ ਸਾਰਿਆਂ ਦੇ ਵਿੱਚ ਵਸਦਾ ਹੈ। ਨਿਰਭਉ, ਉਹ ਕਿਸੇ ਤੋਂ ਡਰਦਾ ਨਹੀਂ ਹੈਗਾ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਅਕਾਲ ਮੂਰਤ, ਉਹਦੀ ਜਿਹੜੀ ਹੋਂਦ ਹੈ, ਉਹਦਾ ਜਿਹੜਾ ਸਰੂਪ ਹੈ, ਉਸ 'ਤੇ ਸਮੇਂ ਦਾ ਕੋਈ ਅਸਰ ਨਹੀਂ ਹੈ। ਅਜੂਨੀ, ਉਹ ਜੂਨੀਆਂ 'ਚ ਨਹੀਂ ਪੈਂਦਾ, ਉਹ ਜੰਮਦਾ ਮਰਦਾ ਨਹੀਂ ਹੈ। ਸਹਿਬ ਹੰ, ਉਹ ਆਪਣੇ ਆਪ ਤੋਂ ਹੈ, ਉਸ ਨੂੰ ਕਿਸੇ ਬਣਾਇਆ ਨਹੀਂ ਹੈ। ਉਹ ਕੋਈ ਕਿਸੇ ਨੇ ਉਹਨੂੰ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਤੋਂ ਹੈ। ਗੁਰ ਪ੍ਰਸਾਦ, ਅਤੇ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਦੇਖੋ, ਸਾਰੇ ਗੁਣ ਦਿੱਤੇ ਨੇ ਪਰਮਾਤਮਾ ਦੇ। ਮੂਲ ਮੰਤਰ ਦਾ ਜਾਪ ਕਰੀ ਜਾਓ ਤਾਂ ਵੀ ਉਸ ਦੇ ਗੁਣਾਂ ਨੂੰ ਹੀ ਯਾਦ ਕਰਨਾ। ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਇਹ ਵੀ ਉਸ ਦੇ ਗੁਣਾਂ ਨੂੰ ਯਾਦ ਕਰਨਾ। ਬਾਣੀ ਪੜ੍ਹੀ ਜਾਓ, ਇਸ 'ਚ ਵੀ ਅਨੇਕਾਂ ਵਾਰ ਪਰਮਾਤਮਾ ਦੇ ਗੁਣ ਲਿਖੇ ਹੋਏ ਹਨ। ਇਸ ਲਈ ਕਹਿੰਦੇ, ਰਮਈਆ ਕੇ ਗੁਣ ਚੇਤ ਪ੍ਰਾਣੀ ਹੈ ਇਨਸਾਨ, ਤੂੰ ਪਰਮਾਤਮਾ ਦੇ ਗੁਣਾਂ ਨੂੰ ਯਾਦ ਰੱਖ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਤੇਰਾ ਮੂਲ ਤੇ ਸਿਰਫ ਪਾਣੀ ਦਾ ਇੱਕ ਤੁਬਕਾ ਹੈ। ਤੂੰ ਇੱਕ ਤੁਬਕੇ ਤੋਂ ਕਿੱਡਾ ਵੱਡਾ ਸਰੀਰ ਤੇਰਾ ਬਣ ਗਿਆ। ਕਿ ਤੂੰ ਜਿਹੜਾ ਦੇਖਦਾ ਸਹੀ, ਤੇਰੀ ਹੋਂਦ ਵੀਰਜ ਦਾ ਇੱਕ ਤੁਬਕਾ, ਉਸ ਇੱਕ ਤੁਬਕੇ ਤੋਂ, ਛੋਟੇ ਜਿਹੇ ਮੂਲ ਤੋਂ ਤੇਰਾ ਕਿੱਡਾ ਵੱਡਾ ਸਰੀਰ ਬਣ ਗਿਆ। ਕਵਨ ਦ੍ਰਿਸ਼ਟਾਨੀ ਹੈ, ਕਿੱਡਾ ਵੱਡਾ ਸਰੀਰ ਦਿਸਦਾ ਤੇਰਾ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਇਹਨੂੰ ਪੜ੍ਹਨਾ ਸ਼ਿੰਗਾਰਿਆ। ਸੱਸੇ ਦੇ ਪੈਰ 'ਚ ਬਿੰਦੀ, ਬਿਹਾਰੀ ਨੂੰ ਬਿੰਦੀ। ਪੰਜਾਬੀ 'ਚ ਕਹਿੰਦੇ ਸ਼ਿੰਗਾਰਿਆ। ਪੰਜਾਬੀ ਸ਼ਿੰਗਾਰ ਕਹਿੰਦੇ ਨੇ, ਹਿੰਦੀ ਸ਼ਿੰਗਾਰ ਕਹਿੰਦੇ ਨੇ। ਇਹ ਹਿੰਦੀ ਦਾ ਸ਼ਬਦ ਹੈ ਸ਼ਿੰਗਾਰਿਆ। ਜਿਨ ਜਿਸ ਨੇ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਸ ਨੇ ਤੈਨੂੰ ਸਾਜਿਆ ਪਾ ਬਣਾਇਆ, ਫਿਰ ਸਵਾਰਿਆ ਹੈ, ਫਿਰ ਸ਼ਿੰਗਾਰਿਆ ਵੀ ਹੈ। ਸਾਰੇ ਸਰੀਰ ਦੇ ਅੰਗ ਪੂਰੇ ਦਿੱਤੇ, ਸੋਹਣੇ ਨੈਣ ਨਕਸ਼ ਦਿੱਤੇ ਹੈ। ਸੋਹਣੇ ਨੈਣ ਨਕਸ਼ ਆਪਣੇ ਆਪ 'ਚ ਹੀ ਸ਼ਿੰਗਾਰ ਹੈ। ਸੋ ਜਿਸ ਨੇ ਤੈਨੂੰ ਸਾਜਿਆ ਹੈ, ਸਵਾਰਿਆ ਹੈ, ਸ਼ਿੰਗਾਰਿਆ ਹੈ, ਗਰਭ ਅਗਨ ਮੈਂ ਜਿਨ੍ਹੇ ਉਬਾਰਿਆ। ਮਾਤਾ ਦੇ ਪੇਟ ਦੀ ਅੱਗ ਹੁੰਦੀ ਹੈ, ਜੰਗਲ ਦੀ ਵੀ ਅੱਗ ਹੁੰਦੀ ਹੈ। ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਬਹੁਤ ਗਰਮੀ ਪੈਂਦੀ ਹੈ ਅਤੇ ਨਾਲ ਹਵਾ ਚੱਲਦੀ ਹੈ, ਤਾਂ ਦਰਖਤ ਜਿਹੜੇ ਇੱਕ ਦੂਜੇ ਨਾਲ ਰਗੜਦੇ ਨੇ, ਉਸ ਰਗੜ ਦੇ ਵਿੱਚੋਂ ਫਿਰ ਉਹਨਾਂ 'ਚੋਂ ਅੱਗ ਨਿਕਲ ਆਉਂਦੀ ਹੈ। ਜੰਗਲਾਂ ਨੂੰ ਅੱਗ ਆਪਣੇ ਆਪ ਹੀ ਗਰਮੀਆਂ 'ਚ ਲੱਗ ਜਾਂਦੀ ਹੈ, ਉਹਨੂੰ ਕਹਿੰਦੇ ਜੰਗਲ ਦੀ ਅੱਗ। ਸਮੁੰਦਰ ਦੇ ਵਿੱਚ ਵੀ ਅੱਗ ਹੁੰਦੀ ਹੈ। ਸਮੁੰਦਰ 'ਚ ਕਈ ਵਾਰੀ ਗਰਮ ਪਾਣੀ ਦੇ ਦਰਿਆ ਚੱਲਦੇ ਨੇ, ਕਿਤੇ ਠੰਡੇ ਪਾਣੀ ਦੇ ਦਰਿਆ ਚੱਲਦੇ ਨੇ। ਪੇਟ ਦੀ ਅੱਗ, ਜੰਗਲ ਦੀ ਅੱਗ, ਸਮੁੰਦਰ ਦੀ ਅੱਗ,
ਕਹਿੰਦੇ ਇੱਥੇ ਪੇਟ ਦੀ ਅੱਗ ਹੈ, ਮਾਤਾ ਦਾ ਪੇਟ ਗਰਭ ਅਗਨ ਮੈਂ, ਮਾਤਾ ਦੇ ਪੇਟ ਦੀ ਅੱਗ ਵਿੱਚ ਜਿਹਨੇ ਉਬਾਰਿਆ, ਜਿਸ ਨੇ ਤੈਨੂੰ ਬਚਾ ਕੇ ਰੱਖਿਆ। ਦੇਖੋ ਜਿਹੜਾ ਬੱਚਾ ਹੁੰਦਾ ਉਹਦੇ ਦੁਆਲੇ ਜੇਰ ਹੁੰਦੀ ਹੈ, ਇੱਕ ਕਿਸਮ ਦਾ ਗਲਾਫ ਹੁੰਦਾ ਉਹਦੇ ਦੁਆਲੇ ਜੇਰ ਹੁੰਦੀ ਹੈ, ਤਾਂ ਜੋ ਮਾਤਾ ਦੇ ਪੇਟ ਜੋ ਗੰਦਮੰਦ ਹੈ ਉਹ ਬੱਚੇ ਦੇ ਅੰਦਰ ਨਾ ਕਿਤੇ ਚਲਿਆ ਜਾਵੇ। ਮਾਤਾ ਦੀ ਧੁਨੀ ਦੇ ਨਾਲ, ਜਿਹਨੂੰ ਨਾੜੂਆ ਕਹਿੰਦੇ ਨੇ, ਬੱਚੇ ਦਾ ਨਾੜੂਆ, ਮਾਤਾ ਦੀ ਧੁਨੀ ਦੇ ਨਾਲ ਉਹਦਾ ਕਨੈਕਸ਼ਨ ਜੁੜਿਆ ਹੁੰਦਾ। ਮਾਂ ਜੋ ਖਾਂਦੀ ਹੈ ਉਸ ਨਾੜੂਏ ਰਾਹੀਂ ਬੱਚੇ ਤੱਕ ਪਹੁੰਚਦਾ ਰਹਿੰਦਾ ਹੈ, ਉਂਝ ਨਹੀਂ ਪਹੁੰਚ ਸਕਦਾ। ਉਹ ਨਾੜੂਏ ਰਾਹੀਂ ਜਾਂਦਾ ਹੈ, ਉਹ ਬੱਚਾ ਤੇ ਸਾਰਾ ਜ਼ੇਰ ਨਾਲ ਢਕਿਆ ਹੁੰਦਾ ਹੈ। ਜੇ ਕਿਸੇ ਕਾਰਨ ਸੱਟ ਵੱਜ ਬੈਠੇ, ਉਹ ਜ਼ੇਰ ਦੇ ਵਿੱਚ ਹੋ ਜਾਏ ਮੋਹਰੀ, ਤਾਂ ਬੱਚਾ ਛੇਤੀ ਹੀ ਅੰਦਰ ਹੀ ਮਰ ਜਾਂਦਾ ਪੇਟ ਦੇ। ਕਿਉਂ? ਜਿਸ ਚੀਜ਼ ਨੂੰ ਉਹਨੂੰ ਬਚਾ ਕੇ ਰੱਖਣਾ, ਇਸ ਜ਼ੇਰ ਨੂੰ, ਉਹ 'ਚ ਮੋਹਰੀ ਹੋ ਗਈ ਹੈ ਅਤੇ ਮਾਤਾ ਦੇ ਪੇਟ ਦਾ ਗੰਦਮੰਦ ਬੱਚੇ ਚਲੇ ਗਿਆ ਹੈ। ਇਸ ਲਈ ਪਰਮਾਤਮਾ ਦਾ ਕਿੰਨਾ ਵਧੀਆ ਸਿਸਟਮ ਹੈ। ਇੱਕ ਗੱਲ 'ਤੇ ਤੁਸੀਂ ਵਿਚਾਰ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਓਗੇ ਕਿ ਕਿੰਨਾ ਜ਼ਬਰਦਸਤ ਸਿਸਟਮ ਹੈ। ਇੱਕ ਬੂੰਦ ਤੋਂ ਐਡਾ ਵੱਡਾ ਸਰੀਰ ਬਣਾਇਆ, 72,000 ਇਹਦੇ ਨਾੜੀਆਂ ਲਾਈਆਂ ਨੇ। ਫਿਰ ਹੈਰਾਨੀ ਦੀ ਗੱਲ ਹੈ ਵੀ ਅੱਖਾਂ ਵੀ ਸਾਰਿਆਂ ਨੂੰ ਲੱਗੀਆਂ, ਨੱਕ ਵੀ ਲੱਗਾ, ਮੂੰਹ ਵੀ ਲੱਗਾ, ਹੱਥ ਪੈਰ ਵੀ ਲੱਗੇ ਨੇ। ਪਰ ਹੁਣ ਸਾਡੇ ਸੰਸਾਰ ਦੀ ਆਬਾਦੀ 700 ਕਰੋੜ ਤੋਂ ਵੱਧ ਗਈ ਹੈ, ਕੋਈ ਨਾ ਕਿਸੇ ਹੀ ਜਿਹਾ। ਇੰਨੇ ਬੰਦੇ ਜਨਾਨੀਆਂ ਨੇ, ਪਰ ਇੱਕ ਵਰਗਾ ਦੂਜਾ ਹੈ ਹੀ ਨਹੀਂ। ਅੰਗ ਸਾਰਿਆਂ ਨੂੰ ਇੱਕੋ ਜਿਹੇ ਲੱਗੇ ਨੇ, ਪਰ ਹਰ ਇੱਕ ਦੇ ਵਿੱਚ ਫਰਕ ਹੈ। ਉਹ ਤਾਂ ਕਿੰਨਾ ਜ਼ਬਰਦਸਤ ਸਿਸਟਮ ਹੈ। ਉਹਦੇ ਸਾਰੇ ਸਿਸਟਮ ਨੂੰ ਇੰਨੇ ਸਾਲਾਂ 'ਚ ਡਾਕਟਰ ਪੂਰੀ ਤਰ੍ਹਾਂ ਜਾਣ ਹੀ ਨਹੀਂ ਸਕੇ। ਇਹੋ ਜਿਹਾ ਉਹਦਾ ਸਿਸਟਮ ਜ਼ਬਰਦਸਤ ਸਰੀਰ ਦਾ ਹੈ। ਗਰਭ ਅਗਨ ਮੈਂ ਜਿਹਨੇ ਉਬਾਰਿਆ ਬਚਾ ਕੇ ਰੱਖਿਆ, ਮਾਤਾ ਦੇ ਪੇਟ ਦੀ ਅੱਗ ਦੇ ਵਿੱਚੋਂ ਜਿਸ ਨੇ ਤੈਨੂੰ ਬਚਾ ਕੇ ਰੱਖਿਆ। ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਬਾਰ ਦਾ ਬੱਚਾ, ਬਾਰ ਵਿਵਸਥਾ ਬਚਪਨ ਦੇ ਵਿੱਚ, ਪਿਆਰੈ ਮੈਨੇ ਪਿਲਾਉਂਦਾ ਹੈ, ਦੁੱਧ। ਬਚਪਨ ਵਿੱਚ ਫਿਰ ਪਰਮਾਤਮਾ ਤੈਨੂੰ ਦੁੱਧ ਪਿਲਾਉਂਦਾ ਹੈ। ਤੇਰੇ ਮਾਂ ਦੀ ਛਾਤੀ ਦੇ ਵਿੱਚ ਪਰਮਾਤਮਾ ਨੇ ਦੁੱਧ ਦਾ ਪ੍ਰਬੰਧ ਕੀਤਾ ਹੋਇਆ। ਇੱਕ ਵਾਰੀ ਇੱਕ ਬੱਚਾ ਬਹੁਤ ਛੋਟੀ ਉਮਰ ਦੇ ਵਿੱਚ ਹੀ ਸਾਧੂਆਂ ਦੇ ਮੱਠ 'ਚ ਆ ਗਿਆ, ਜਿੱਥੇ ਡੇਰਾ ਜਿਹਨੂੰ ਕਹਿੰਦੇ ਨੇ। ਉਹਨੇ ਮੁੜ ਕੇ ਕੋਈ ਔਰਤ ਹੀ ਨਹੀਂ ਵੇਖੀ, ਸਾਰਾ ਉਹਨੇ ਗਿਆਨ ਹਾਸਲ ਕਰ ਲਿਆ। ਜਦੋਂ ਕੋਈ ਗਿਆਨ ਹਾਸਲ ਕਰ ਲੈਂਦਾ ਸੀ ਨਾ ਸਾਧੂ, ਫਿਰ ਉਹਨੂੰ ਪਿੰਡ ਦੇ ਵਿੱਚ, ਨਗਰ ਦੇ ਵਿੱਚ ਮੰਗਣ ਲਈ ਭੇਜਿਆ ਕਰਦੇ ਸਨ, ਤਾਂ ਜੋ ਉਹਦੇ ਅੰਦਰ ਹੰਕਾਰ ਖਤਮ ਹੋ ਜਾਵੇ। ਕੋਈ ਹੰਕਾਰ ਨਾ ਰਹਿ ਕੇ ਜਾਂ ਮੰਗ ਕੇ ਲਿਆ। ਕਹਿੰਦੇ ਜੇ ਦਰਵਾਜ਼ਾ ਬੰਦ ਹੋਵੇ, ਖੜਕਾਉਣਾ ਨਹੀਂ ਹੈ, ਉਸੇ ਘਰ 'ਚੋਂ ਮੰਗਣਾ ਜਿਹਦਾ ਦਰਵਾਜ਼ਾ ਖੁੱਲ੍ਹਾ ਹੋਵੇ। ਇੱਕ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ, ਜਿਵੇਂ ਆਪਾਂ ਜੋਗੀ ਕਹਿੰਦੇ ਅਲਖ ਨਿਰੰਜਨ। ਉਹਨੇ ਜਦੋਂ ਇਸ ਤਰ੍ਹਾਂ ਕਿਹਾ ਤਾਂ ਕੀ ਹੋਇਆ, ਇੱਕ ਲੜਕੀ ਆਈ ਹੈ ਪਿੱਛੇ ਲੈ ਕੇ, ਨੌਜਵਾਨ ਲੜਕੀ। ਉਹ ਜਿਹੜਾ ਸਾਧੂ ਸੀ, ਨੌਜਵਾਨ ਮੁੰਡਾ, ਉਹਨੇ ਪਹਿਲੀ ਵਾਰ ਕੋਈ ਔਰਤ ਵੇਖੀ ਸੀ, ਕਿਉਂਕਿ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਹੀ ਡੇਰੇ 'ਚ ਆ ਗਿਆ ਸੀ। ਮਾਂ ਦੀ ਵੀ ਉਹਨੂੰ ਕੋਈ ਸੋਝ ਹੀ ਨਹੀਂ ਸੀ। ਉਹਨੇ ਪਹਿਲੀ ਵਾਰ ਔਰਤ ਵੇਖੀ, ਉਹ ਉਹਦੀ ਛਾਤੀ ਵੱਲ ਹੀ ਵੇਖੀ ਗਿਆ ਵੀ ਇਹਦੀ ਛਾਤੀ ਮੇਰੀ ਛਾਤੀ ਵਰਗੀ ਤਾਂ ਹੈ ਨਹੀਂ। ਉਹ ਜਦੋਂ ਵਾਲਾ ਟਿਕਟਕੀ ਲਾ ਕੇ ਦੇਖੀ ਗਿਆ, ਉਹ ਲੜਕੀ ਸੰਗ ਗਈ। ਉਹ ਅੰਦਰ ਚਲੀ ਗਈ, ਮਾਂ ਨੂੰ ਕਹਿੰਦੀ ਵੀ ਉਹ ਜਿਹੜਾ ਸਾਧੂ ਆਇਆ ਨਾ, ਉਹ ਤਾਂ ਮੇਰੇ ਵੱਲ ਹੀ ਵੇਖੀ ਜਾਂਦਾ ਸੀ। ਮਾਂ ਸਮਝ ਗਈ, ਕਹਿੰਦੀ ਲਿਆ ਮੈਂ ਪਿੱਛੇ ਪਾ ਕੇ ਆਉਣੀ। ਉਹਨੂੰ ਕਹਿੰਦੇ ਵੀ ਬੇਟਾ ਤੂੰ ਮੇਰੀ ਧੀ ਵੱਲ ਕਿਉਂ ਇਸ ਤਰ੍ਹਾਂ ਵੇਖੀ ਗਿਆ? ਕਹਿੰਦਾ ਜੀ ਮੈਂ ਤਾਂ ਇਹ ਵੇਖ ਰਿਹਾ ਸੀ ਕਿ ਜਿਹੋ ਜਿਹਾ ਮੇਰਾ ਸਰੀਰ ਹੈ ਉਹੋ ਜਿਹਾ ਇਹਦਾ ਕਿਉਂ ਨਹੀਂ ਹੈ।
ਇਹਦੀ ਤਾਂ ਛਾਤੀ ਅੱਗੇ ਨੂੰ ਵਧੀ ਹੋਈ ਹੈ, ਮੇਰੀ ਤਾਂ ਵਧੀ ਨਹੀਂ ਹੈ। ਉਹ ਮਾਂ ਕਹਿੰਦੀ ਬੇਟਾ ਇਹ ਪਰਮਾਤਮਾ ਨੇ ਨਾ ਐਸਾ ਸਿਸਟਮ ਬਣਾਇਆ ਹੋਇਆ, ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਮਾਂ ਦੀ ਛਾਤੀ ਵਿੱਚ ਦੁੱਧ ਦਾ ਪ੍ਰਬੰਧ ਕੀਤਾ ਹੁੰਦਾ ਕਿ ਜਦੋਂ ਬੱਚਾ ਪੈਦਾ ਹੋਵੇਗਾ ਉਹ ਮਾਂ ਦੀ ਛਾਤੀ ਦੇ ਵਿੱਚੋਂ ਦੁੱਧ ਚੁੰਘ ਲੈ। ਇਸ ਲਈ ਕਹਿੰਦੇ ਅੱਛਾ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਪਰਮਾਤਮਾ ਨੇ ਮੇਰੇ ਭੋਜਨ ਦਾ ਪ੍ਰਬੰਧ ਕੀਤਾ ਹੋਇਆ? ਕਹਿੰਦੇ ਹਾਂ। ਕਹਿੰਦੇ ਮੈਂ ਨਹੀਂ ਪਿੱਛੇ ਲੈਣੀ। ਉਹ ਮੁੜ ਗਿਆ। ਜਿਹੜਾ ਖਾਲੀ ਥੈਲੀ ਦਿੱਤੀ ਨਾ ਉਹਦੇ ਹੈੱਡ ਨੇ, ਵੱਡੇ ਸਾਧੂ ਨੇ, ਜਾ ਕੇ ਉਹਦੇ ਅੱਗੇ ਸੁੱਟਤੀ। ਕਹਿੰਦਾ ਤੁਸੀਂ 18 ਸਾਲ ਕੀ ਮੈਨੂੰ ਸੁਆਹ ਪੜ੍ਹਾਇਆ ਹੈ? ਕਹਿੰਦੇ ਉਹ ਕੀ ਹੋ ਗਿਆ ਤੈਨੂੰ ਪਹਿਲੇ ਦੇਣੀ? ਕਹੇ ਤੁਸੀਂ ਮੈਨੂੰ ਇਹ ਤਾਂ ਦੱਸਿਆ ਹੀ ਨਹੀਂ ਕਿ ਤੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਪਰਮਾਤਮਾ ਨੇ ਤੇਰੇ ਭੋਜਨ ਦਾ ਪ੍ਰਬੰਧ ਕੀਤਾ ਹੋਇਆ। ਮੈਨੂੰ ਤਾਂ ਅੱਜ ਪਤਾ ਲੱਗਾ ਜਿਸ ਪਰਮਾਤਮਾ ਨੇ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਭੋਜਨ ਦਾ ਪ੍ਰਬੰਧ ਕੀਤਾ ਹੈ, ਮੈਂ ਤਾਂ ਬਸ ਉਸ ਪਰਮਾਤਮਾ ਦੇ ਨਿਰਭਰ ਰਹਿਣਾ, ਮੈਂ ਨਹੀਂ ਮੰਗਣ ਜਾਣਾ। ਆ ਲਓ ਆਪਣੀ ਥੈਲਾ। ਕਹਿੰਦਾ ਕੀ ਹੁਣ ਨਹੀਂ ਮੈਨੂੰ ਪਰਮਾਤਮਾ ਦੇਵੇਗਾ? ਜਿਹੜਾ ਪਰਮਾਤਮਾ ਮੈਨੂੰ ਜੰਮਦਿਆਂ ਹੀ ਦੁੱਧ ਪੀਣ ਨੂੰ ਦਿੰਦਾ ਹੈ, ਜਿਹਨੂੰ ਇੰਨੀ ਮੇਰੀ ਚਿੰਤਾ ਹੈ, ਉਹ ਹੁਣ ਨਹੀਂ ਮੈਨੂੰ ਦੇਵੇਗਾ? ਮੈਂ ਨਹੀਂ ਮੰਗਣ ਜਾਂਦਾ। ਇਹ ਹੈ ਬਾਰ ਵਿਵਸਥਾ ਤੁਝੇ ਪਿਆਰਾ ਦੁੱਧ। ਉਹ ਪਰਮਾਤਮਾ ਤੈਨੂੰ ਬਚਪਨ ਦੀ ਹਾਲਤ ਜਦੋਂ ਦੁੱਧ ਪਿਆਉਂਦਾ ਹੈ, ਭਰ ਜੋਬਨ ਭੋਜਨ ਸੁਖ ਸੂਦ। ਫਿਰ ਜਦ ਤੇਰਾ ਭਰ ਜਵਾਨ ਹੋ ਜਾਣਾ ਹੈ, ਤੈਨੂੰ ਭੋਜਨ ਦਿੰਦਾ ਹੈ, ਤੈਨੂੰ ਸੁੱਖ ਦਿੰਦਾ ਹੈ, ਤੈਨੂੰ ਸੋਝੀ ਦਿੰਦਾ ਹੈ। ਬਿਰਧ ਪਿਆ ਉੱਪਰ ਸਾਕ ਸੈਨ। ਬਿਰਧ ਹੁੰਦਾ ਬੁੱਢਾ। ਜਦੋਂ ਬੁੱਢਾ ਹੋ ਜਾਂਦਾ ਬੰਦਾ, ਫਿਰ ਪਰਮਾਤਮਾ ਦੇ ਉੱਤੇ ਸਾਕ ਸੈਨ, ਰਿਸ਼ਤੇਦਾਰ ਦੋਸਤ ਮਿੱਤਰ ਲਾਉਂਦਾ। ਉਹਨੂੰ ਫੜ ਕੇ ਬਾਥਰੂਮ ਤੱਕ ਲੈ ਕੇ ਜਾਂਦੇ ਨੇ, ਉਹਨੂੰ ਨਹਾਉਂਦੇ ਧੋਂਦੇ ਨੇ, ਉਹਦੇ ਕੱਪੜੇ ਧੋਂਦੇ ਨੇ, ਉਹਦੀ ਮਾਲਿਸ਼ ਕਰਦੇ ਨੇ, ਉਹਦੀ ਸਹਾਇਤਾ ਕਰਦੇ ਨੇ। ਜਦੋਂ ਮਨੁੱਖ ਬੁੱਢਾ ਹੁੰਦਾ, ਫਿਰ ਜੇ ਰਿਸ਼ਤੇਦਾਰ ਹੁੰਦੇ ਨੇ ਸਾਕ ਸੈਨ, ਉਹ ਫਿਰ ਉਹਦੀ ਸਹਾਇਤਾ ਕਰਦੇ ਨੇ। ਮੁੱਖ ਅਪਿਆਓ ਬੈਠ ਕੋ ਦੈਨ। ਮੁੱਖ ਵਿੱਚ ਅਪਿਆਓ ਹੁੰਦਾ ਭੋਜਨ, ਬੈਠੇ ਬਿਠਾਏ ਦੇ ਮੂੰਹ 'ਚ ਉਹ ਭੋਜਨ ਪਾਉਂਦੇ ਨੇ। ਦੇਖੇ ਕਦੇ ਬੁੱਢਿਆਂ ਨੂੰ? ਵਾਕਈ ਕਈ ਵਾਰੀ ਇੰਨਾ ਸਰੀਰ ਬਿਰਧ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਬੁਰਕੀ ਤੋੜ ਕੇ ਵੀ ਪਾਣ ਜੋਗਾ ਨਹੀਂ ਰਹਿੰਦਾ। ਫਿਰ ਜਿਹੜੇ ਰਿਸ਼ਤੇਦਾਰ ਨੇ ਉਹ ਬੈਠੇ ਬਿਠਾਏ ਦੇ ਮੂੰਹ ਦੇ ਵਿੱਚ ਰੋਟੀ ਪਾਉਂਦੇ ਨੇ। ਅਪਿਆਓ ਭੋਜਨ। ਮੁੱਖ ਅਪਿਆਓ ਬੈਠ ਕੋ ਦੈਨ। ਬੈਠੇ ਬਿਠਾਏ ਨੂੰ ਮੂੰਹ ਦੇ ਵਿੱਚ ਰੋਟੀ ਪਾਉਂਦੇ ਨੇ। ਪਰਮਾਤਮਾ ਨੇ ਪ੍ਰਬੰਧ ਕੀਤਾ, ਤੇਰੇ ਰਿਸ਼ਤੇਦਾਰ ਬਣਾਈ ਇਸੇ ਲਈ ਨੇ। ਤੇਰੇ ਰਿਸ਼ਤੇਦਾਰ ਬਣਾਏ ਨੇ ਕਿ ਜਦ ਤੂੰ ਬੁੱਢਾ ਹੋ ਜਾਏਗਾ, ਤੂੰ ਆਪ ਰੋਟੀ ਨਹੀਂ ਖਾ ਸਕੇਂਗਾ, ਤੇਰੇ ਰਿਸ਼ਤੇਦਾਰ ਤੇਰੇ ਮੂੰਹ ਦੇ ਵਿੱਚ ਬੁਰਕੀਆਂ ਪਾਉਣਗੇ। ਇਹ ਨਿਰਗੁਣ ਗੁਣ ਕਛੂ ਨਾ ਬੂਝੇ, ਪਰ ਇਹ ਤਾਂ ਨਿਰਗੁਣ ਹੈ। ਇਹ ਪਰਮਾਤਮਾ ਦੇ ਕਿਸੇ ਗੁਣ ਨੂੰ ਜਾਣਦਾ ਹੀ ਨਹੀਂ ਹੈ। ਇਹ ਆਪ ਨਿਰਗੁਣ ਹੈ। ਇਹ ਪਰਮਾਤਮਾ ਦੇ ਕਿਸੇ ਗੁਣ ਨੂੰ ਜਾਣਦਾ ਹੀ ਨਹੀਂ ਹੈ। ਬਖਸ਼ ਲਿਓ ਤੋ ਨਾਨਕ ਸੀਜੈ। ਸੀਜੈ ਹੁੰਦਾ ਕਾਮਯਾਬ ਹੋ ਜਾਣ, ਸਫਲ ਹੋ ਜਾਣ। ਹੇ ਪਰਮਾਤਮਾ, ਜੇ ਤੁਸੀਂ ਬਖਸ਼ ਦਿਓ ਬੰਦੇ ਨੂੰ, ਤਾਂ ਹੀ ਇਹ ਸਫਲ ਜ਼ਿੰਦਗੀ 'ਚ ਹੋ ਸਕਦਾ ਹੈ। ਸੋ ਇਸ ਨੂੰ ਬਖਸ਼ ਦਿਓ। ਇਹ ਅਗਿਆਨੀ ਹੈ, ਇਹਨੂੰ ਗਿਆਨ ਨਹੀਂ ਹੈ। ਇਹਨੂੰ ਗਿਆਨ ਦਿਓ, ਇਹਨੂੰ ਬਖਸ਼ੋ, ਤਾਂ ਜੋ ਇਸ ਪਾਸੇ ਨੂੰ ਲੱਗ ਸਕੇ। ਅੱਗੇ ਕਹਿੰਦੇ ਜਿਹੇ ਪ੍ਰਸਾਦ ਧਰ ਉੱਪਰ ਸੁਖ ਬਸੈ। ਪ੍ਰਸਾਦ ਹੁੰਦੇ ਕਿਰਪਾ। ਦੱਦੇ ਨੂੰ ਸਿਆਰੀ ਲੱਗੇ ਕਿਰਪਾ ਨਾਲ। ਇਹਨੂੰ ਪ੍ਰਸ਼ਾਦ ਨਹੀਂ ਬੋਲਣਾ। ਪ੍ਰਸ਼ਾਦ ਹੁੰਦੇ ਜਿਹੜਾ ਆਪਾਂ ਦੇਗ ਲੈਂਦੇ ਹਾਂ, ਵੀ ਗੁਰਦੁਆਰਾ ਪ੍ਰਸ਼ਾਦ ਲੈ ਲਓ ਜੀ। ਇਹ ਹਿੰਦੀ ਦਾ ਸ਼ਬਦ ਹੈ ਪ੍ਰਸਾਦ। ਪ੍ਰਸਾਦ ਹੁੰਦੀ ਹੈ ਕਿਰਪਾ, ਅਤੇ ਦੱਦੇ ਨੂੰ ਸਿਆਰੀ ਗੁਰਬਾਣੀ ਸਲੇ ਕਿਰਪਾ ਨਾਲ। ਜਿਹੇ ਪ੍ਰਸਾਦ ਧਾਰ ਹੁੰਦੀ ਹੈ ਧਰਤੀ, ਧਾਰ ਉੱਪਰ ਸੁੱਖ ਬਸੈ। ਸੁੱਖਾਂ ਨਾਲ ਵਸਦਾ ਹੈ ਜਿਹਦੀ ਕਿਰਪਾ ਨਾਲ। ਪਾ ਜਿਸ ਪਰਮਾਤਮਾ ਦੀ ਕਿਰਪਾ ਨਾਲ ਤੂੰ ਧਰਤੀ ਦੇ ਉੱਤੇ ਸੁਖੀ ਵਸਦਾ ਹੈ। ਸੁਤ ਭਰਾਤ ਮੀਤ ਬਨਿਤਾ ਸੰਗ ਹਸੈ।
ਸੁੱਤ ਹੁੰਦਾ ਪੁੱਤਰ, ਭਰਾਤ ਹੁੰਦਾ ਭਰਾ, ਮੀਤ ਮੈਨੇ ਮਿੱਤਰ, ਬਣਤਾ ਮੈਨੇ ਪਤਨੀ, ਸੰਗ ਮੈਨੇ ਨਾਲ, ਹੱਸੈ ਮੈਨੇ ਹੱਸਦਾ ਹੈ, ਖੁਸ਼ ਹੁੰਦਾ ਹੈ। ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ ਸੁਖੀ ਵਸਦਾ ਹੈ ਧਰਤੀ ਤੇ ਆਪਣੇ ਪੁੱਤਰਾਂ, ਭਰਾਵਾਂ, ਮਿੱਤਰਾਂ, ਪਤਨੀ ਦੇ ਨਾਲ ਹੱਸਦਾ ਖੇਡਦਾ ਹੈ। ਜਿਹੇ ਪ੍ਰਸਾਦ ਪੀਵੇਂ ਸੀਤਲ ਜਲ, ਜਿਸ ਪਰਮਾਤਮਾ ਦੀ ਕਿਰਪਾ ਨਾਲ ਤੂੰ ਠੰਡਾ ਪਾਣੀ ਪੀਂਦਾ ਹੈ, ਉਹਦੀ ਕਿਰਪਾ ਨਾਲ ਹੀ ਠੰਡਾ ਪਾਣੀ ਪੀ ਹੁੰਦਾ। ਮੇਰੇ ਵਰਗਾ ਤੇ ਪੀ ਨਹੀਂ ਸਕਦਾ, ਇੱਕ ਦਿਨ ਪੀ ਲਾਂਗੇ ਨਾ ਉਹਦੇ ਹੀ ਗਲਾ ਖਰਾਬ ਹੋ ਜਾਏ, ਕਥਾ ਕੋਈ ਨਹੀਂ ਹੋਣੀ। ਹਾਂਜੀ, ਇਹ ਉਹਦੀ ਕਿਰਪਾ ਹੁੰਦੀ ਹੈ। ਉਹਦੀ ਕਿਰਪਾ ਨਾਲ ਹੀ ਜਿਹੜਾ ਕਥਾ ਵਾਰਤਾ ਹੋ ਰਹੀ ਹੈ। ਜਿਸ ਦਿਨ ਨਾ ਉਹਦੀ ਕਿਰਪਾ ਹੋਈ, ਕੋਈ ਗੜਬੜ ਹੋ ਜਾਣੀ ਹੈ, ਤੇ ਫਿਰ ਸਰਦਾਰ ਰਘਬੀਰ ਸਿੰਘ ਨੂੰ ਸੱਦਣਾ ਪੈਣਾ ਵੀ ਅੱਜ ਕਰੀ ਮੇਰੀ ਥਾਂ 'ਤੇ ਕਥਾ। ਇਹ ਉਹਦੀ ਕਿਰਪਾ ਹੈ। ਇਹ ਕਥਾ ਤਾਂ ਮੈਂ ਕਈ ਦਿਨ ਪਹਿਲਾਂ ਸ਼ੁਰੂ ਕਰ ਦੇਣੀ ਸੀ, ਮੇਰੇ ਮਨ 'ਚ ਸੀ, ਪਰ ਉਦੋਂ ਮੈਨੂੰ ਖੰਘ ਲੱਗੀ ਹੋਈ ਸੀ। ਫਿਰ ਖੰਘ ਦੇ ਵਿੱਚ ਇਹ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਦਾ। ਉਹ ਖੰਘ ਹਟੀ, ਫਿਰ ਜਿਹੜਾ ਹੈ ਗੁਰੂ ਬਾਬਾ ਦਾ ਹੁਕਮ ਹੋਇਆ ਵੀ ਹੁਣ ਤੂੰ ਇਹ ਸੇਵਾ ਕਰ। ਉਹਦੀ ਕਿਰਪਾ। ਜਿਹੇ ਪ੍ਰਸਾਦ ਪੀਵੇਂ ਸੀਤਲ ਜਲਾ, ਜਿਹਦੀ ਕਿਰਪਾ ਨਾਲ ਤੂੰ ਠੰਡਾ ਪਾਣੀ ਪੀਂਦਾ ਹੈ। ਸੁਖਦਾਈ ਪਵਨ ਪਾਵਕ ਅਮੁੱਲਾ, ਸੁਖ ਦੇਣ ਵਾਲੀ ਹਵਾ। ਅੱਗ ਪਾਵਕ ਹੁੰਦੀ ਅੱਗ, ਅਮੁੱਲਾ ਬਿਨਾਂ ਮੁੱਲ ਤੋਂ, ਜੋ ਬਹੁਤ ਕੀਮਤੀ ਹੋਵੇ ਉਹਨੂੰ ਕਹਿੰਦੇ ਅਮੁੱਲਾ। ਇਹ ਅੱਗ, ਇਹ ਹਵਾ ਜੋ ਬਹੁਤ ਅਮੋਲਕ ਹੈ, ਜੋ ਬਹੁਤ ਕੀਮਤੀ ਹੈ ਅਤੇ ਜੋ ਸੁਖਦਾਈ ਹੈ, ਉਹ ਤੈਨੂੰ ਪਰਮਾਤਮਾ ਨੇ ਦਿੱਤੀ ਹੋਈ ਹੈ। ਜਿਹੇ ਪ੍ਰਸਾਦ ਭੋਗੈ ਸਭ ਰਸਾ, ਜਿਸ ਦੀ ਕਿਰਪਾ ਨਾਲ ਤੂੰ ਸਾਰੇ ਰਸਦਾਇਕ ਪਦਾਰਥ ਖਾਂਦਾ ਹੈ। ਭੋਗੈ ਖਾਂਦਾ ਹੈ, ਸਭ ਰਸਾ ਹਰ ਪ੍ਰਕਾਰ ਦਾ ਰਸਦਾਇਕ ਪਦਾਰਥ, ਸਾਰੇ ਰਸਦਾਇਕ ਪਦਾਰਥ ਜਿਹਦੀ ਕਿਰਪਾ ਨਾਲ ਤੂੰ ਖਾਂਦਾ ਹੈ। ਫੋਰਡ ਕੰਪਨੀ ਦਾ ਜਿਹੜਾ ਮਾਲਕ ਸੀ, ਅਰਬਾਂਪਤੀ ਸੀ, ਉਹ ਅਖੀਰ 'ਤੇ ਕੀ ਹੋ ਗਿਆ, ਐਸੇ ਰੋਗ ਲੱਗ ਗਏ ਕਿ ਡਾਕਟਰ ਕਹਿੰਦਾ ਤੁਸੀਂ 2 ਬਿਸਕੁਟ ਖਾਣੇ ਨੇ, 1 ਚਾਹ ਦਾ ਕੱਪ ਪੀਣਾ। ਦੁਪਹਿਰੇ ਵੀ 2 ਬਿਸਕੁਟ ਖਾਣੇ ਨੇ, 1 ਚਾਹ ਦਾ ਕੱਪ ਪੀਣਾ। ਰਾਤ ਨੂੰ ਵੀ 2 ਬਿਸਕੁਟ ਖਾਣੇ ਨੇ। ਦੇਖੋ, ਅਰਬਾਂ ਖਰਬਾਂ ਰੁਪਈਆ ਕੋਲ ਹੈ, ਪਰ ਕੋਈ ਰਸਦਾਇਕ ਪਦਾਰਥ ਨਹੀਂ ਖਾ ਸਕਦਾ। ਹੈ ਇਨਸਾਨ, ਤੂੰ ਤੇ ਕਈ ਪ੍ਰਕਾਰ ਦੇ ਰਸਦਾਇਕ ਭੋਜਨ ਖਾਣਾ, ਕਿਹਦੀ? ਉਹਦੀ ਕਿਰਪਾ ਨਾਲ। ਜੇ ਉਹਦੀ ਕਿਰਪਾ ਨਾ ਹੋਵੇ, ਆ ਦੇਖੋ ਲੱਖਾਂ ਲੋਕਾਂ 'ਤੇ ਕਰੋਨੇ ਕਾਰਨ ਪਰਮਾਤਮਾ ਦੀ ਕਿਰਪਾ ਹੀ ਨਹੀਂ ਹੈ। ਉਹ 2-2 ਰੋਟੀਆਂ ਨੂੰ ਤਰਸਦੇ ਰਹੇ। ਜਦੋਂ ਉਹਨਾਂ ਨੂੰ ਨਾ ਮਿਲੀਆਂ, ਉਹ ਮਜਬੂਰੀ 'ਚ ਕੋਈ ਪੈਦਲ, ਕੋਈ ਕਿਵੇਂ ਆਪਣੇ ਆਪਣੇ ਇਲਾਕਿਆਂ ਨੂੰ, ਪਿੰਡਾਂ ਸ਼ਹਿਰਾਂ ਨੂੰ ਮੁੜ ਗਏ। ਇਹ ਤਾਂ ਉਹਦੀ ਕਿਰਪਾ ਹੈ। ਆਪਾਂ ਨੂੰ ਤਿੰਨੋਂ ਟਾਈਮ ਖਾਣ ਨੂੰ ਮਿਲਦਾ ਹੈ। ਮੈਂ ਕਈ ਵਾਰੀ ਬੈਠਾ ਸੋਚਦਾ ਹੁੰਦਾ, ਮੈਂ ਕਦੇ ਦਾਤ ਦੀ ਕਿਰਪਾ, ਮੈਂ ਫਜ਼ੂਲ, ਜੋ ਮੈਂ ਵਿਹਲਾ ਫਜ਼ੂਲ ਦਾ ਨਹੀਂ ਸੋਚਦਾ। ਜੇ ਮੈਂ ਆਪਣੇ ਘਰ ਵੱਲ ਵੇਖਦਾ, ਮੈਂ ਕਹਿੰਦਾ ਸੱਚਾ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ, ਕਿੰਨਾ ਸੋਹਣਾ ਤੂੰ ਰਹਿਣ ਲਈ ਘਰ ਦਿੱਤਾ ਹੋਇਆ। ਕਦੇ ਮੈਂ ਆਪਣੇ ਕੱਪੜਿਆਂ ਵੱਲ ਵੇਖਦਾ ਕਿ ਉਹ ਵੀ ਲੋਕ ਨੇ ਜਿਹਨੂੰ 50 ਰੁਪਏ ਮੀਟਰ ਦਾ ਕੱਪੜਾ ਵੀ ਨਹੀਂ ਮਿਲਦਾ ਹੁਣ। ਵਿਚਾਰਿਆਂ ਲੀਰਾਂ ਪਤੀਰਾਂ ਸਿਰਾਂ 'ਤੇ ਪਾਈਆਂ ਹੁੰਦੀਆਂ, ਅਤੇ ਤੇਰਾ ਘੱਟ ਤੋਂ ਘੱਟ 500 ਰੁਪਏ ਮੀਟਰ ਦਾ ਕੱਪੜਾ ਹੁੰਦਾ। ਇੰਨੇ ਸੋਹਣੇ ਤੈਨੂੰ ਪਾਉਣ ਨੂੰ ਕੱਪੜੇ ਮਿਲੇ ਨੇ, ਕਈ ਪ੍ਰਕਾਰ ਦਾ ਖਾਣ ਦਾ ਭੋਜਨ ਮਿਲਿਆ ਹੋਇਆ ਹੈ। ਕਦੇ ਪਰੌਂਠੇ ਨੇ, ਕਦੇ ਚੋਪੜੀਆਂ ਹੋਈਆਂ ਰੋਟੀਆਂ ਨੇ, ਦਾਲ ਹੈ, ਸਬਜ਼ੀ ਹੈ, ਸਲਾਦ ਹੈ, ਫਲ ਹੈ। ਵੀ ਕਿੰਨੀ ਦਾਤੇ ਦੀ ਕਿਰਪਾ ਹੈ। ਅਤੇ ਫਿਰ ਕਿਉਂ ਨਹੀਂ ਉਹ ਯਾਦ ਆਵੇਗਾ? ਜਦੋਂ ਅਸੀਂ ਵਿਚਾਰ ਕਰਾਂਗੇ, ਫਿਰ ਪਰਮਾਤਮਾ ਯਾਦ ਆਵੇਗਾ ਹੀ ਆਵੇਗਾ। ਆਪਣੇ ਤੋਂ ਨੀਵਿਆਂ ਵੱਲ ਨੂੰ ਵੇਖੀਦਾ ਹਮੇਸ਼ਾ। ਉੱਚਿਆਂ ਵੱਲ, ਮੈਂ ਨਹੀਂ ਕਹਿੰਦਾ ਉੱਚਿਆਂ ਵੱਲ ਨਹੀਂ ਵੇਖਣਾ ਚਾਹੀਦਾ, ਤਰੱਕੀ ਕਰਨ ਲਈ ਉੱਚਿਆਂ ਵੱਲ ਵੀ ਵੇਖਣਾ ਚਾਹੀਦਾ ਹੈ। ਪਰ ਜੇ ਸਬਰ ਸੰਤੋਖ ਚਾਹੀਦਾ ਹੈ, ਮਨ ਦੀ ਸ਼ਾਂਤੀ ਚਾਹੀਦੀ ਹੈ, ਤਾਂ ਫਿਰ ਆਪਣੇ ਤੋਂ ਨੀਵਿਆਂ ਵੱਲ ਵੇਖਣਾ। ਫਿਰ ਪਤਾ ਲੱਗੂਗਾ
ਹੁਣ ਦੇਖੋ ਅਖਬਾਰਾਂ 'ਚ ਆਇਆ ਸੀ ਕਿ ਭਾਰਤ ਦੀ 135 ਕਰੋੜ ਆਬਾਦੀ ਹੈ, ਜਿਸ 'ਚ 80 ਕਰੋੜ ਲੋਕ ਅਜਿਹੇ ਨੇ ਜਿਹੜੇ 6 ਮਹੀਨੇ ਵੀ ਘਰ 'ਚ ਬੈਠ ਕੇ ਖਾ ਸਕਦੇ ਹਨ, ਪਰ 45 ਕਰੋੜ ਲੋਕ ਉਹ ਨੇ ਜਿਨ੍ਹਾਂ ਨੂੰ ਅਗਲੇ ਦਿਨ ਦੀ ਰੋਟੀ ਦਾ ਫਿਕਰ ਹੈ। ਉਹ ਰੋਜ਼ ਦਾ ਰੋਜ਼ ਕਮਾਉਂਦੇ ਨੇ ਅਤੇ ਖਾਂਦੇ ਨੇ। 45 ਕਰੋੜ। ਅਤੇ ਮੈਂ ਬੈਠਾ ਸੋਚਿਆ, ਜੈਮਲ ਸਿੰਘ ਤੂੰ 80 ਕਰੋੜ 'ਚ ਆਉਣਾ, ਤੂੰ 45 ਕਰੋੜ 'ਚ ਨਹੀਂ ਆਉਂਦਾ, ਤੂੰ 80 ਕਰੋੜ 'ਚ ਆਉਣਾ ਹੈ। ਤੂੰ ਕਈ ਮਹੀਨੇ ਘਰ ਬੈਠ ਕੇ ਵੀ ਰੋਟੀ ਪਾਣੀ ਖਾ ਸਕਦਾ ਹੈ, ਤੈਨੂੰ ਕੱਲ੍ਹ ਦੀ ਕੋਈ ਚਿੰਤਾ ਨਹੀਂ ਹੈ। ਫਿਰ ਕਿਉਂ ਨਾ ਮੈਂ ਪਰਮਾਤਮਾ ਦਾ ਧੰਨਵਾਦ ਕਰਾਂ, ਅਤੇ ਕਿਉਂ ਨਾ ਤੁਸੀਂ ਕਰੋ। ਤੁਸੀਂ ਵੀ ਤਾਂ ਜਿੰਨੇ ਆਪਣੇ ਸਤਸੰਗੀ ਨੇ ਇਸ ਵੇਲੇ, ਜਿੰਨੇ ਵੀ ਇਸ ਵੇਲੇ ਮੇਰੀ ਕਥਾ ਸੁਣ ਰਹੇ ਨੇ, ਮੈਂ ਦਾਅਵੇ ਨਾਲ ਕਹਿਣਾ ਕਿ ਤੁਸੀਂ 80 ਕਰੋੜ ਦੇ ਵਿੱਚ ਸ਼ਾਮਲ ਹੋ, ਤੁਸੀਂ 45 ਕਰੋੜ ਗਰੀਬਾਂ 'ਚ ਸ਼ਾਮਲ ਨਹੀਂ ਹੋ। ਇਸ ਲਈ ਤੁਸੀਂ ਪਾਠ ਕਰਦੇ ਹੋ, ਕਥਾ ਸੁਣਦੇ ਹੋ, ਸਿਮਰਨ ਕਰਦੇ ਹੋ। ਤੁਹਾਨੂੰ ਇਸੇ ਕੰਮ ਲਈ ਲਾਇਆ ਹੋਇਆ ਹੈ ਕਿ ਭਾਈ ਭਜਨ ਬੰਦਗੀ ਕਰੋ ਵੱਧ ਤੋਂ ਵੱਧ। ਆਪਾਂ ਨੂੰ ਵੱਧ ਤੋਂ ਵੱਧ ਟਾਈਮ ਮਿਲਿਆ ਹੋਇਆ ਹੁਣ ਆਪਾਂ ਕੋਈ ਬਹਾਨਾ ਨਹੀਂ ਕਰ ਸਕਦੇ। ਜੇ ਭਜਨ ਬੰਦਗੀ ਨਹੀਂ ਕਰਾਂਗੇ ਨਾ, ਅਤੇ ਫਿਰ ਕੀ ਹੋਏਗਾ, ਅਸੀਂ ਹੋਵਾਂਗੇ ਦਿਮਾਗੀ ਤੌਰ 'ਤੇ ਵਿਹਲੇ, ਅਤੇ ਵਿਹਲਾ ਬੰਦਾ ਕਰੋਨਾ 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 ਕਰੀ ਜਾਊਗਾ, ਅਤੇ ਨਤੀਜਾ ਕੀ ਨਿਕਲੇਗਾ, ਬਿਮਾਰ ਹੋ ਜਾਏਗਾ, ਡਿਪਰੈਸ਼ਨ 'ਚ ਚਲੇ ਜਾਏਗਾ, ਅਪਸੈਟ ਹੋ ਜਾਏਗਾ, ਟੈਨਸ਼ਨ ਰਹੇਗੀ ਉਸ ਨੂੰ। ਇਹ ਭਜਨ ਬੰਦਗੀ ਇਹ ਮੁਸੀਬਤਾਂ ਵੱਲੋਂ ਧਿਆਨ ਹਟਾ ਕੇ ਪਰਮਾਤਮਾ ਵੱਲ ਨੂੰ ਲਾਉਂਦੀ ਹੈ। ਭਜਨ ਬੰਦਗੀ ਇਸ ਲਈ ਵੀ ਜ਼ਰੂਰੀ ਹੈ ਕਿ ਸਾਡਾ ਧਿਆਨ ਦੂਜੇ ਪਾਸੇ ਨੂੰ ਹੋਵੇ। ਕਦੇ ਨੋਟ ਕਰਿਓ, ਤੁਸੀਂ ਆਪਣੇ ਛੋਟੇ ਬੱਚੇ ਨੂੰ ਹਸਪਤਾਲ ਲੈ ਗਏ, ਡਾਕਟਰ ਉਹਨੂੰ ਟੀਕਾ ਲਾਉਣ ਲੱਗਾ, ਡਾਕਟਰ ਕੀ ਕਰਦਾ, ਹੁਣ ਬੱਚੇ ਨੂੰ ਕਹੂਗਾ ਕਾਕਾ ਉਹ ਦੇਖ ਕੀ ਹੈ, ਉਹ ਉੱਧਰ ਨੂੰ ਵੇਖ ਲਾ, ਉਹਨੇ ਜਿਹਨੂੰ ਉਹਨੂੰ ਟੀਕਾ ਲਾਉਂਦਾ। ਜੇ ਕਿਤੇ ਬੱਚਾ ਸੂਈ ਵੱਲ ਵੇਖਦਾ ਰਹੇ, ਉਹ ਤਾਂ ਪਹਿਲਾਂ ਹੀ ਚੰਗਿਆੜਾ ਮਾਰਨ ਲੱਗਦਾ। ਹਾਲਾਂਕਿ ਸੂਈ ਚੁੱਭੀ ਨਹੀਂ, ਉਹਨੂੰ ਦਰਦ ਹੋਇਆ ਨਹੀਂ, ਪਰ ਉਹ ਪਹਿਲਾਂ ਹੀ ਰੋਈ ਜਾਂਦਾ। ਇਹ ਸਪੋਜ਼ ਕਰਕੇ, ਇਹ ਸਮਝ ਕੇ ਕਿ ਸੂਈ ਚੁੱਭੇਗੀ, ਮੈਨੂੰ ਦਰਦ ਹੋਵੇਗਾ, ਇਸ ਕਰਕੇ ਉਹਦਾ ਜੋ ਧਿਆਨ ਦੂਜੇ ਪਾਸੇ ਨੂੰ ਹੋ ਜਾਂਦਾ ਹੈ, ਉਹਨੂੰ ਕੁਝ ਸਮੇਂ ਲਈ ਉਹ ਗੱਲ ਭੁੱਲ ਨਹੀਂ, ਇਹਨੇ ਜਿਹਨੂੰ ਡਾਕਟਰ ਟੀਕਾ ਲਾਉਂਦਾ। ਇਹ ਬਾਣੀ ਬੜੀ ਵਧੀਆ ਚੀਜ਼ ਹੈ। ਇਹ ਸੰਸਾਰਕ ਝੰਜਟਾਂ ਵੱਲੋਂ, ਇਹਨਾਂ ਮੁਸੀਬਤਾਂ ਵੱਲੋਂ, ਇਹਨਾਂ ਬਿਮਾਰੀਆਂ ਵੱਲੋਂ ਸਾਡਾ ਧਿਆਨ ਹਟਾ ਕੇ ਪਰਮਾਤਮਾ ਵਾਲੇ ਪਾਸੇ ਲਾਉਂਦਾ ਹੈ। ਸਾਨੂੰ ਬੜੀ ਵੱਡੀ ਸਪੋਰਟ ਮਿਲਦੀ ਹੈ। ਪਰਮਾਤਮਾ ਤੋਂ ਵੱਡੀ ਹੋਰ ਕੋਈ ਸਪੋਰਟ ਹੀ ਨਹੀਂ, ਪਰਮਾਤਮਾ ਤੋਂ ਵੱਡਾ ਹੋਰ ਕੋਈ ਓਟ ਆਸਰਾ ਹੀ ਨਹੀਂ ਹੈਗਾ। ਇਸ ਲਈ ਜਦੋਂ ਮੁਸੀਬਤ ਆਵੇ, ਹਮੇਸ਼ਾ ਪਰਮਾਤਮਾ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਸੋ ਗੁਰੂ ਮਹਾਰਾਜ ਸਾਨੂੰ ਯਾਦ ਕਰਾ ਰਹੇ ਨੇ, ਜਿਹ ਪ੍ਰਸਾਦ ਭੋਗੈ ਸਭ ਰਸਾ, ਜਿਸ ਦੀ ਕਿਰਪਾ ਨਾਲ ਤੂੰ ਸਾਰੇ ਰਸਦਾਇਕ ਪਦਾਰਥ ਖਾਂਦਾ ਹੈ। ਸਗਲ ਸਮੱਗਰੀ ਸੰਗ ਸਾਥ ਬਸ। ਕਈ ਪ੍ਰਕਾਰ ਦੇ ਤੇਰੇ ਕੋਲ ਪਦਾਰਥ ਨੇ, ਕਈ ਪ੍ਰਕਾਰ ਦੀ ਤੇਰੇ ਕੋਲ ਸਮੱਗਰੀ ਹੈ, ਉਹਦੇ ਨਾਲ ਤੂੰ ਵਸ ਰਿਹਾ ਹੈ। ਇੱਕ ਤਾਂ ਹਾਂਜੀ ਸਮੱਗਰੀ ਕੋਈ ਨਹੀਂ, ਚੀਜ਼ ਕਾਹਦੀ ਬਣਾਈਏ। ਬੱਚਾ ਕਹਿੰਦਾ ਮੰਮਾ ਚਾਹ ਬਣਾ ਦੇ, ਅਤੇ ਘਰ 'ਚ ਦੁੱਧ ਹੀ ਕੋਈ ਨਹੀਂ, ਅਤੇ ਫਿਰ ਮਾਂ ਕਿੱਥੋਂ ਬਣਾਏਗੀ ਵੀ, ਸਮੱਗਰੀ ਕੋਈ ਨਹੀਂ। ਅਤੇ ਤੇਰੇ ਕੋਲ ਤਾਂ ਕਿੰਨੀ ਸਮੱਗਰੀ ਹੈ, ਤੂੰ ਤਾਂ ਹਰ ਪ੍ਰਕਾਰ ਦੀ ਸਮੱਗਰੀ ਦੇ ਨਾਲ ਤੂੰ ਵਸ ਰਿਹਾ ਹੈ। ਦੀਨੇ ਹਸਤ ਪਾਮ ਕਰਨ ਨੇਤਰ ਰਸਨ। ਦੀਨੇ ਦਿੱਤੇ, ਹਸਤ, ਕਿਉਂਕਿ ਬਾਣੀ ਦੇ ਵਿੱਚ ਨਾ ਇਹ ਕੋਈ 80% ਘੱਟ ਤੋਂ ਘੱਟ ਹਿੰਦੀ ਹੈ, ਕੁਝ % ਪੰਜਾਬੀ ਹੈ, 1-2% ਸੰਸਕ੍ਰਿਤ ਹੈ, 2-4% ਅਰਬੀ ਫਾਰਸੀ ਹੈ, ਬਹੁਤੀ ਹਿੰਦੀ ਹੈ। ਹਸਤ ਹਿੰਦੀ ਦਾ ਸ਼ਬਦ ਹੈ ਹੱਥ। ਇਹਨੂੰ ਪਾਵ, ਜੇ ਭਾਵ ਪੜ੍ਹੋਗੇ ਤਾਂ ਇਹ ਹੋ ਗਿਆ ਫਾਰਸੀ ਦਾ ਸ਼ਬਦ। ਫਾਰਸੀ ਦੇ ਵਿੱਚ ਪੈਰਾਂ ਨੂੰ ਕਹਿੰਦੇ ਨੇ ਪਾਵ, ਹਿੰਦੀ ਦੇ ਵਿੱਚ ਪੈਰਾਂ ਨੂੰ ਕਹਿੰਦੇ ਨੇ ਪਾਮ। ਹੁਣ ਇੱਥੇ ਹੋਰ ਕੋਈ ਫਾਰਸੀ ਦਾ ਸ਼ਬਦ ਨਹੀਂ ਹੈ। ਹਸਤ, ਕਰਨ, ਨੇਤਰ, ਰਸਨਾ ਇਹ ਸਾਰੇ ਹਿੰਦੀ ਦੇ ਸ਼ਬਦ ਨੇ, ਇਸ ਲਈ ਇੱਥੇ ਪਾਮ ਵੀ ਹਿੰਦੀ ਦਾ ਹੀ ਹੈ। ਇਸ ਲਈ ਇੱਥੇ ਇਹਨੂੰ ਬਿੰਦੀ ਲਾ ਕੇ ਬੋਲਣਾ ਚਾਹੀਦਾ ਹੈ। ਜਿੱਥੇ ਫਾਰਸੀ ਦੇ ਹੋਰ ਸ਼ਬਦ ਵਿੱਚ ਹੋਣਗੇ, ਉੱਥੇ ਫਿਰ ਆਪਾਂ ਇਸ ਨੂੰ ਬੋਲਾਂਗੇ ਭਾਵ। ਹੁਣ ਕੋਈ ਭਾਵ ਬੋਲ ਦੇਵੇ ਤਾਂ ਉਹ ਗਲਤ ਨਹੀਂ ਹੈਗਾ,
ਕਿਉਂਕਿ ਉਹ ਫਾਰਸੀ ਦਾ ਸ਼ਬਦ ਹੋ ਗਿਆ। ਪਰ ਅੱਛਾ ਇਹ ਹੈ ਕਿ ਬਾਕੀ ਸਾਰੇ ਹਿੰਦੀ ਦੇ ਸ਼ਬਦ ਨੇ, ਇਸ ਲਈ ਜਿਹੜਾ ਪਾਮ ਹੈ ਨਾ, ਇਹ ਵੀ ਹਿੰਦੀ ਦਾ ਸ਼ਬਦ, ਇਹਦਾ ਮਤਲਬ ਪੈਰ। ਹਸਤ ਮੈਨੇ ਹੱਥ, ਪਾਂਬ ਮੈਨੇ ਪੈਰ, ਕਰਨ ਮੈਨੇ ਕੰਨ, ਨੇਤਰ ਮੈਨੇ ਅੱਖਾਂ, ਰਸਨਾ ਮੈਨੇ ਜੀਭ। ਇਹ ਪ੍ਰਮਾਤਮਾ ਨੇ ਤੈਨੂੰ ਹੱਥ ਦਿੱਤੇ ਨੇ, ਪੈਰ ਦਿੱਤੇ ਨੇ, ਕੰਨ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਰਸਨਾ ਦਿੱਤੀ ਹੈ। ਤਿਸੈ ਤਿਆਗ ਅਵਰ ਸੰਗ ਰਚਨਾ। ਤੂੰ ਉਸ ਰੱਬ ਨੂੰ ਛੱਡ ਕੇ, ਜਿਹਨੇ ਤੈਨੂੰ ਇੰਨਾ ਕੁਛ ਦਿੱਤਾ, ਉਹਨੂੰ ਛੱਡ ਕੇ ਅਵਰ ਸੰਗ ਰਚਨਾ, ਤੂੰ ਹੋਰਾਂ ਦੇ ਨਾਲ ਰਚਿਆ ਮਿਚਿਆ ਹੈ। ਰੱਬ ਨੂੰ ਯਾਦ ਨਹੀਂ ਕਰਦਾ, ਰੱਬ ਵਾਲੇ ਪਾਸੇ ਨਹੀਂ ਆਉਂਦਾ, ਤੂੰ ਤੇ ਹੋਰਾਂ ਦੀ ਸੰਗਤ ਕਰਦਾ, ਤੂੰ ਤੇ ਹੋਰਾਂ ਦੇ ਨਾਲ ਰਚਿਆ ਮਿਚਿਆ ਹੈ। ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਦੋਖ ਹੁੰਦਾ ਦੋਸ਼, ਪਾਪ, ਬੁਰਾਈਆਂ। ਮੂੜ ਹੁੰਦਾ ਮੂਰਖ। ਅੰਧ ਮੈਨੇ ਅੰਨਾ, ਭਾਵ ਅਗਿਆਨੀ। ਵਿਆਪੇ ਮੈਨੇ ਲੱਗਿਆ ਹੋਇਆ। ਇਹ ਮੂਰਖ ਇਨਸਾਨ, ਇਹ ਅਗਿਆਨੀ ਬੰਦਾ ਹੋਰ ਭੈੜੇ ਕੰਮਾਂ ਦੇ ਵਿੱਚ ਲੱਗਾ ਹੋਇਆ ਹੈ, ਪਾਪ ਕਰਮਾਂ 'ਚ ਲੱਗਿਆ ਹੋਇਆ ਹੈ। ਰੱਬ ਨੂੰ ਯਾਦ ਨਹੀਂ ਕਰਦਾ, ਉਸ ਪਾਸੇ ਨਹੀਂ ਜਾਂਦਾ। ਮੈਨੂੰ ਯਾਦ ਆ ਗਿਆ, ਕਈ ਸਾਲ ਪਹਿਲਾਂ, ਕੋਈ ਹੋ ਗਏ 20 ਸਾਲ ਘੱਟ ਤੋਂ ਘੱਟ, ਸਾਡੀ ਕਲੋਨੀ ਦੀ ਇੱਕ ਬੀਬੀ ਬੈਂਕ 'ਚ ਲੱਗੀ ਸੀ। ਉਹ ਮੇਰੇ ਕੋਲ ਆ ਗਈ। ਉਦੋਂ ਮੈਨੂੰ ਸਾਰੇ ਵੀਰ ਜੀ ਕਿਹਾ ਕਰਦੇ ਸਨ। ਬਾਬਾ ਜੀ ਤਾਂ ਫਿਰ ਬਾਅਦ 'ਚ ਸ਼ੁਰੂ ਹੋਇਆ। ਕਹਿੰਦੇ ਵੀਰ ਜੀ ਮੈਂ ਬੜੀ ਔਖੀ ਹਾਂ। ਮੈਂ ਬੀਬਾ ਕੀ ਹੋ ਗਿਆ? ਕਹਿੰਦੇ ਜੀ ਮੈਂ ਬੈਂਕ 'ਚ ਲੱਗੀ ਹਾਂ ਅਤੇ 40 ਦਿਨ ਹੋ ਗਏ ਨੇ, ਨਾ ਮੈਨੂੰ ਦਿਨੇ ਨੀਂਦ ਆਉਂਦੀ ਹੈ, ਨਾ ਮੈਨੂੰ ਰਾਤ ਨੂੰ ਆਉਂਦੀ ਹੈ। ਹੁਣ ਦੇਖੋ ਬੈਂਕ ਦਾ ਕੰਮ ਹੈ, ਜੇ ਥੋੜ੍ਹੀ ਜਿਹੀ ਵੀ ਗਲਤੀ ਹੋ ਗਈ ਤਾਂ ਕਿੰਨਾ ਨੁਕਸਾਨ ਹੋ ਜਾਏਗਾ। ਮੈਂ ਜੀ ਅੱਜ ਹੀ ਨੀਂਦ ਆ ਜਾਏਗੀ। ਉਹਨੂੰ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਹੈ। ਨਹੀਂ, ਕਹਿੰਦੇ ਮੈਂ ਬੜੀਆਂ ਜੀ ਨੀਂਦ ਦੀਆਂ ਗੋਲੀਆਂ ਵੀ ਖਾ ਖਾ ਕੇ ਵੇਖੀਏ, ਮੈਨੂੰ ਨੀਂਦ ਨਹੀਂ ਆਉਂਦੀ। ਮੈਂ ਬੀਬਾ ਅੱਜ ਹੀ ਨੀਂਦ ਆ ਜਾਏਗੀ। ਕਹਿੰਦੀ ਉਹ ਕਿਵੇਂ ਆ ਜਾਏਗੀ? ਮੈਂ ਆ ਜਾਏਗੀ, ਜੇ ਮੈਂ ਕਹਾਂਗਾ ਉਵੇਂ ਕਰੋਗੇ? ਹਾਂ, ਕਹਿੰਦੇ ਕਰਾਂਗੇ। ਮੈਂ ਠੀਕ ਹੈ, ਤੁਹਾਨੂੰ ਕਿਹੜਾ ਪਾਠ ਆਉਂਦਾ? ਕਹਿੰਦੇ ਜੀ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਵੀ ਆਉਂਦਾ, ਜਪਜੀ ਸਾਹਿਬ ਦਾ ਵੀ ਆਉਂਦਾ। ਮੈਂ ਠੀਕ ਹੈ, ਤੁਹਾਡੀ ਕਿਸ ਪਾਠ 'ਚ ਰੁਚੀ ਹੈ? ਉਹਨੇ ਕਿਹਾ ਫਲਾਣੇ ਪਾਠ 'ਚ। ਮੈਂ ਠੀਕ। ਮੈਂ ਜਦ ਤੁਸੀਂ ਰੋਟੀ ਪਾਣੀ ਖਾ ਲਓਗੇ, ਜਦੋਂ ਪਰਿਵਾਰ ਨਾਲ ਗੱਲਾਂ ਬਾਤਾਂ ਕਰ ਲਈਆਂ, ਸਾਰਾ ਪਰਿਵਾਰ ਸੌਂ ਗਿਆ ਹੈ, ਪਰ ਤੁਹਾਨੂੰ ਨੀਂਦ ਨਹੀਂ ਆ ਰਹੀ। ਮੈਂ ਇੱਕ ਮੇਰੀ ਬੇਨਤੀ ਹੈ, ਤੁਸੀਂ ਸੌਣ ਦੀ ਕੋਸ਼ਿਸ਼ ਹੀ ਨਹੀਂ ਕਰਨੀ। ਜੇ ਤੁਸੀਂ ਸੌਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਨੀਂਦ ਨਹੀਂ ਆਵੇਗੀ। ਕਿਉਂ? ਤੁਸੀਂ ਯਤਨ ਕਰ ਰਹੇ ਹੋ। ਜਦੋਂ ਆਪਾਂ ਯਤਨ ਕਰ ਰਹੇ ਹਾਂ ਫਿਰ ਆਪਾਂ ਐਕਟਿਵ ਹੋ ਜਾਂਦੇ ਹਾਂ। ਜਦੋਂ ਐਕਟਿਵ ਹੋ ਜਾਂਦੇ ਹਾਂ ਫਿਰ ਨੀਂਦ ਨਹੀਂ ਆਉਂਦੀ। ਤੁਸੀਂ ਸੌਣ ਦੀ ਕੋਸ਼ਿਸ਼ ਹੀ ਨਹੀਂ ਕਰਨੀ। ਕਹਿੰਦੇ ਹੋਰ ਕੀ ਕਰਾਂ ਜੀ? ਮੈਂ ਤੁਹਾਨੂੰ ਜਿਹੜਾ ਪਾਠ ਹੁੰਦਾ ਨਾ, ਆਪਣਾ ਸਿਰਹਾਣਾ ਲਾ ਲਓ ਬੈੱਡ ਦੇ ਨਾਲ, ਅਤੇ ਜਿਹੜਾ ਹੈ ਪਾਠ ਕਰਨਾ ਸ਼ੁਰੂ ਕਰ ਦਿਓ। ਪਾਠ ਕਰੀਏ, ਸੌਣ ਦੀ ਕੋਸ਼ਿਸ਼ ਨਹੀਂ ਕਰਨੀ। ਘਰ ਦੇ ਜੀਆਂ ਨੂੰ ਕਹਿ ਦਿਓ ਮੈਨੂੰ ਸਵੇਰੇ 8 ਵਜੇ ਤੋਂ ਪਹਿਲਾਂ ਨਹੀਂ ਜਗਾਉਣਾ। ਮੈਂ ਤੁਸੀਂ 8 ਵਜੇ ਵੀ ਜਾ ਕੇ ਤਾਂ ਵੀ ਤਿਆਰ ਤੁਰ ਹੋ ਕੇ 9:45 ਵਜੇ ਤੁਸੀਂ ਬੈਂਕ ਜਾਣਾ ਹੁੰਦਾ, 10 ਵਜੇ ਬੈਂਕ ਪਹੁੰਚ ਜਾਓਗੇ। ਤੁਸੀਂ ਘਰ ਦੇ ਜੀਆਂ ਨੂੰ ਕਹਿ ਦਿਓ ਭਾਈ ਮੈਨੂੰ 8 ਵਜੇ ਤੋਂ ਪਹਿਲਾਂ ਨਹੀਂ ਉਠਾਉਣਾ, ਇਹ ਕਹਿ ਦੇਣ। ਤੁਸੀਂ ਪਾਠ ਕਰੀ ਜਾਓ, ਕਰੀ ਜਾਓ, ਕਰੀ ਜਾਓ, ਸੌਣ ਦੀ ਕੋਸ਼ਿਸ਼ ਨਹੀਂ ਕਰਨੀ। ਪਾਠ ਕਰੀ ਜਾਓ, ਕਰੀ ਜਾਓ। ਪਾਠ ਕਰਦੇ ਥੱਕ ਗਏ ਹੋ, ਵਾਹਿਗੁਰੂ 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 ਕਰੀ ਜਾਓ। ਬੈਠੇ ਬੈਠੇ ਵੀ ਥੱਕ ਗਏ ਹੋ, ਲੇਟ ਜਾਓ। ਲੇਟ ਕੇ ਵਾਹਿਗੁਰੂ 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 ਕਰਦੇ ਰਹੋ। ਮੈਂ ਦਾਅਵੇ ਨਾਲ ਕਹਿੰਦਾ ਤੁਹਾਨੂੰ ਰਾਤ ਦੇ 2 ਵਜੇ ਤੱਕ ਆਪੇ ਨੀਂਦ ਆ ਜਾਏਗੀ। ਮੈਂ ਹੁਣ ਤੁਸੀਂ ਪੁੱਛੋ ਵੀ ਕਿਉਂ ਜੀ? ਪਾਠ ਕਰਨਾ ਕਿਵੇਂ ਆ ਜਾਏਗੀ? ਮੈਂ ਪਾਠ ਕਰਨਾ ਹੀ ਸੰਸਾਰ 'ਚ ਸਭ ਤੋਂ ਔਖਾ ਕੰਮ ਹੈ। ਭਜਨ ਬੰਦਗੀ ਕਰਨਾ ਸਭ ਤੋਂ ਔਖਾ ਕੰਮ ਹੈ ਸੰਸਾਰ 'ਚ। ਇਹਦੇ ਵਿੱਚ ਮਨੁੱਖ ਦੀ ਰੁਚੀ ਨਹੀਂ। ਜਿਸ ਕੰਮ 'ਚ ਸਾਡੀ ਰੁਚੀ ਨਾ ਹੋਵੇ ਅਤੇ ਉਹ ਕੰਮ ਕਿਸੇ ਨੂੰ ਕਹਿ ਦਿਓ, ਉਹਨੂੰ ਬੜੀ ਛੇਤੀ ਨੀਂਦ ਆਉਂਦੀ ਹੈ। ਆ ਬੱਚਿਆਂ ਨੂੰ ਕਹਿ ਦਿਓ ਹਿਸਾਬ ਦੇ ਸਵਾਲ ਕੱਢੋਏ, ਜੇ ਟੱਪੇ ਨਾ ਬਹੁਤ, ਇਹਨੂੰ ਕਿ ਹਿਸਾਬ ਦੇ ਸਵਾਲ ਕੱਢੋਏ, ਹਿਸਾਬ ਆਉਂਦਾ ਕੋਈ ਨਹੀਂ, 5 ਮਿੰਟ ਇਹਨੇ ਸੌਂ ਜਾਣਾ। ਮੈਂ ਬਾਣੀ ਪੜ੍ਹਨ ਵੇਲੇ ਤਾਂ ਵੱਡਿਆਂ ਨੂੰ ਬੀਬਾ ਨੀਂਦ ਆਉਂਦੀ ਹੈ। ਸਿਮਰਨ ਕਰਦਿਆਂ ਵਾਸੀਆਂ ਆਉਂਦੀਆਂ, ਨੀਂਦ ਆਉਂਦੀਆਂ। ਸਵੇਰੇ ਆਈ ਜੀ, ਮੇਰੇ ਪੈਰ ਹੀ ਨਾ ਛੱਡੇ। ਚਰਨ ਤਾਂ ਨਹੀਂ ਮੈਂ ਕਹਿੰਦਾ ਆਪਣੇ ਪੈਰਾਂ ਨੂੰ, ਕੋਈ ਚਰਨ ਤੇ ਅਜੇ ਬਣੇ ਹੀ ਨਹੀਂ ਹੈਗੇ। ਮੈਂ ਬੀਬਾ ਕੀ ਹੋ ਗਿਆ?
ਕਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਵਾਕਈ ਮੈਨੂੰ 2 ਵਜੇ ਨੀਂਦ ਆ ਗਈ ਅਤੇ ਮੈਂ 8 ਵਜੇ ਫਿਰ ਆਪੇ ਉੱਠੀ 6 ਘੰਟੇ ਸੌਂ ਕੇ। ਮੈਂ ਬਸ ਹੁਣ ਤੁਹਾਡੀ ਸਮੱਸਿਆ ਹੱਲ ਹੋ ਗਈ ਹੈ। ਮੈਂ ਜਦੋਂ ਤੁਹਾਨੂੰ ਨੀਂਦ ਨਾ ਆਵੇ ਭਜਨ ਬੰਦਗੀ ਸ਼ੁਰੂ ਕਰ ਦਿਓ। ਭਜਨ ਬੰਦਗੀ ਵੱਡਿਆਂ ਨੀਂਦ ਆ ਜਾਂਦੀ ਹੈ, ਅਤੇ ਜੇ ਭਜਨ ਬੰਦਗੀ ਕਰਦਿਆਂ ਨੀਂਦ ਨਾ ਆਵੇ ਤਾਂ ਤੁਸੀਂ ਫਿਰ ਇੱਕ ਦਿਨ ਸੰਤ ਹੋ ਜਾਣਾ, ਤਾਂ ਵੀ ਲਾਭ ਹੈ। ਜਿਹਨੂੰ ਭਜਨ ਬੰਦਗੀ ਕਰਦਿਆਂ ਨੀਂਦ ਨਾ ਆਵੇ ਉਹਦੇ ਕੁਝ ਸਾਲਾਂ 'ਚ ਹੀ ਸੰਤ ਹੋ ਜਾਂਦਾ। ਉਹ ਤਾਂ ਵੱਡੇ ਭਾਗਾਂ ਵਾਲਾ ਹੈ ਕਿ ਭਜਨ ਬੰਦਗੀ ਕਰਦਿਆਂ ਨਾ ਉਹਨੂੰ ਵਾਸੀ ਆਈ ਨਾ ਉਹਨੂੰ ਨੀਂਦ ਆਈ, ਨਹੀਂ ਤਾਂ ਵੱਡਿਆਂ ਵਾਸੀਆਂ ਆਉਂਦੀਆਂ ਅਤੇ ਨੀਂਦਾਂ ਆਉਂਦੀਆਂ ਨੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਐਸੇ ਦੋਖ ਮੂੜ ਅੰਧ ਵਿਆਪੇ, ਇਹੋ ਜਿਹੇ ਮੂਰਖ, ਇਹੋ ਜਿਹੇ ਅੰਨੇ ਅਗਿਆਨੀ, ਇਹੋ ਜਿਹੇ ਪੁੱਠੇ ਕੰਮਾਂ 'ਚ ਪਾਪਾਂ ਦੇ ਵਿੱਚ ਲੱਗੇ ਹੋਏ ਹਨ। ਨਾਨਕ ਕਾਢ ਲਿਹੋ ਪ੍ਰਭ ਆਪੇ। ਹੇ ਪਰਮਾਤਮਾ, ਤੁਸੀਂ ਆਪ ਹੀ ਇਹਨਾਂ ਬੁਰਾਈਆਂ 'ਚ ਇਹਨਾਂ ਨੂੰ ਕੱਢੋ। ਇਹ ਆਪ ਨਹੀਂ ਨਿਕਲ ਸਕਦੇ। ਯਾਦ ਰੱਖਣਾ, ਕੋਈ ਬੰਦਾ ਟੋਏ 'ਚ ਡਿੱਗ ਪਿਆ ਹੈ, ਉਹ ਆਪ ਨਹੀਂ ਨਿਕਲ ਸਕਦਾ। ਕੋਈ ਹੀ ਉਹਨੂੰ ਹੱਥ ਫੜਾ ਕੇ, ਕੋਈ ਰੱਸਾ ਫੜਾ ਕੇ, ਕੋਈ ਸੋਟੀ ਫੜਾ ਕੇ ਉਹਨੂੰ ਬਾਹਰ ਕੱਢੇਗਾ, ਆਪ ਨਹੀਂ ਉਹ ਨਿਕਲ ਸਕਦਾ। ਇੱਥੇ ਟੋਇਆ ਕੀ ਹੈ? ਬੁਰੇ ਕੰਮ। ਕੋਈ ਮਨੁੱਖ ਬੁਰਾਈ 'ਚ ਪੈ ਗਿਆ ਹੈ, ਉਹ ਆਪ ਉਸ ਬੁਰਾਈ 'ਚੋਂ ਨਹੀਂ ਨਿਕਲ ਸਕਦਾ, ਉਹਨੂੰ ਉਸ ਬੁਰਾਈ 'ਚੋਂ ਕੋਈ ਹੀ ਕੱਢੇਗਾ। ਤੁਸੀਂ ਜਦੋਂ ਪਹਿਲੀ ਵਾਰੀ ਸਤ ਸੰਗਤ 'ਚ ਆਏ, ਤੁਸੀਂ ਆਪ ਨਹੀਂ ਆਏ, ਤੁਹਾਨੂੰ ਕੋਈ ਲੈ ਕੇ ਆਇਆ, ਜਾਂ ਕਿਸੇ ਨੇ ਤੁਹਾਨੂੰ ਦੱਸ ਪਾਈ, ਜਾਂ ਕਿਸੇ ਨੇ ਤੁਹਾਨੂੰ ਬੇਨਤੀ ਕੀਤੀ, ਫਿਰ ਤੁਸੀਂ ਆਏ। ਇਸ ਤਾਂ ਬੇਨਤੀ ਪਰਮਾਤਮਾ ਨੂੰ ਕਰ ਰਹੇ ਪੰਚਮ ਪਾਤਸ਼ਾਹ, ਸੱਚੇ ਪਾਤਸ਼ਾਹ, ਇਹ ਤੂੰ ਹੀ ਕਿਰਪਾ ਕਰ, ਤੂੰ ਹੀ ਇਹਨਾਂ ਨੂੰ ਇਹਨਾਂ ਪਾਸਿਆਂ ਤੋਂ ਬਾਹਰ ਕੱਢ ਅਤੇ ਇਹਨਾਂ ਨੂੰ ਭਗਤੀ ਵਾਲੇ ਪਾਸੇ ਲਾ। ਤੀਸਰੇ ਬੰਦ 'ਚ ਕਹਿੰਦੇ ਆਦ ਅੰਤ ਜੋ ਰਾਖਣ ਹਾਰ। ਆਦ ਤੋਂ ਲੈ ਕੇ ਅੰਤ ਤੱਕ, ਜਨਮ ਤੋਂ ਲੈ ਕੇ ਮਰਨ ਤੱਕ ਇਹ ਪਰਮਾਤਮਾ ਜੀਵ ਦੀ ਰੱਖਿਆ ਕਰਦਾ ਹੈ। ਅਨੇਕਾਂ ਪ੍ਰਕਾਰ ਦੀ ਸਾਡੀ ਪਰਮਾਤਮਾ ਰੱਖਿਆ ਕਰਦਾ ਹੈ। ਤਿਸਿਉ ਪ੍ਰੀਤ ਨਾ ਕਰੈ ਗਵਾਰ। ਇਹ ਮੂਰਖ ਬੰਦਾ ਉਸ ਰੱਬ ਨਾਲ ਪਿਆਰ ਹੀ ਨਹੀਂ ਕਰਦਾ। ਜਿਹੜਾ ਆਦਿ ਤੋਂ ਲੈ ਕੇ ਅੰਤ ਤੱਕ ਸਾਡੀ ਰੱਖਿਆ ਕਰਦਾ ਹੈ, ਉਸ ਨੂੰ ਇਹ ਮੂਰਖ, ਗਵਾਰ ਮਨ ਮੂਰਖ, ਇਹ ਮੂਰਖ ਇਨਸਾਨ ਉਸ ਪਰਮਾਤਮਾ ਨੂੰ ਪਿਆਰ ਹੀ ਨਹੀਂ ਕਰਦਾ। ਜਾ ਕੀ ਸੇਵਾ, ਧਿਆਨ ਦੇਣਾ, ਇਹਨੂੰ ਜਾਂ ਕੀ ਨਹੀਂ ਪੜ੍ਹਨਾ। ਇਹ ਪੰਜਾਬੀ ਦਾ ਸ਼ਬਦ ਨਹੀਂ ਹੈ, ਇਹ ਹਿੰਦੀ ਦਾ ਹੈ। ਜਾ ਮੈਨੇ ਜਿਸ, ਕੀ ਮੈਨੇ ਦੀ, ਜਿਸ ਦੀ। ਜਾ ਕੀ ਸੇਵਾ ਨਵ ਨਿਧ ਪਾਵੈ। ਜਿਸ ਦੀ ਸੇਵਾ ਕਰਕੇ ਇਹਨੂੰ 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ। ਸੰਸਾਰ ਦੇ ਸਾਰੇ ਖਜ਼ਾਨਿਆਂ ਨੂੰ ਪੁਰਾਤਨ ਗ੍ਰੰਥਾਂ 'ਚ ਨਵ ਨਿਧ ਲਿਖਿਆ ਹੋਇਆ ਹੈ। ਸਾਰੇ ਖਜ਼ਾਨੇ, ਸੁੱਖਾਂ ਦੇ ਸਾਰੇ ਖਜ਼ਾਨੇ 'ਚ ਲਿਖਿਆ ਨਵ ਨਿਧ। ਜਾ ਕੀ ਸੇਵਾ ਨਵ ਨਿਧ ਪਾਵੈ। ਜਿਸ ਦਾ ਸਿਮਰਨ ਕਰਕੇ, ਜਿਸ ਦੀ ਸੇਵਾ ਕਰਕੇ ਇਹਨੂੰ 9 ਨਿਧੀਆਂ ਪ੍ਰਾਪਤ ਹੁੰਦੀਆਂ ਹਨ। ਕਿਸੇ ਚੀਜ਼ ਦੀ ਕਮੀ ਹੀ ਨਹੀਂ ਰਹਿੰਦੀ। ਭਜਨ ਬੰਦਗੀ ਦੀ ਇੱਕ ਐਸੀ ਅਵਸਥਾ ਆ ਜਾਂਦੀ ਜਿੱਥੇ ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਉੱਥੇ ਆਪੇ ਹੀ ਮਾਇਆ ਅੱਗੇ ਪਿੱਛੇ ਫਿਰੀ ਜਾਂਦੀ। ਮੈਂ ਆਪ ਜੀ ਨੇ ਇੱਕ ਵਾਰੀ ਦੱਸਿਆ ਵੀ ਸੀ, ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਦੋਂ ਰਾੜਾ ਸਾਹਿਬ ਆ ਗਏ ਨਾ, ਉਦੋਂ ਅਜੇ ਝੌਂਪੜੀਆਂ 'ਚ ਰਹਿੰਦੇ, ਛੰਨ ਪਾ ਕੇ ਰਹਿੰਦੇ ਹੁੰਦੇ ਸਨ ਸੰਤ ਈਸ਼ਰ ਸਿੰਘ ਅਤੇ ਸੰਤ ਕਿਸ਼ਨ ਸਿੰਘ ਅਤੇ ਕੁਝ ਸੇਵਾਦਾਰ। ਇੱਕ ਦਿਨ ਮਾਇਆ ਲక్ష్ਮੀ ਦਾ ਰੂਪ ਧਾਰ ਕੇ ਆ ਗਈ ਹੈ। ਮਾਇਆ ਦੀ ਦੇਵੀ ਨੂੰ ਕਹਿੰਦੇ ਨੇ ਲਕਸ਼ਮੀ, ਜਿਹਨੂੰ ਪੰਜਾਬ ਕਹਿੰਦੇ ਲక్ష్ਮੀ। ਆ ਕੇ ਮਹਾਂਪੁਰਖਾਂ ਨੂੰ ਕਹਿੰਦੇ ਮੇਰੇ ਤੋਂ ਕੋਈ ਸੇਵਾ ਲਵੋ। ਮਹਾਂਪੁਰਖ ਕਹਿੰਦੇ ਭਾਈ ਇਸ 'ਤੇ ਭਜਨ ਬੰਦਗੀ ਕਰਨੀ ਹੈ, ਸਾਨੂੰ ਤੇਰੀ ਸੇਵਾ ਦੀ ਲੋੜ ਨਹੀਂ ਹੈ। ਹਰ ਰੋਜ਼ ਆ ਜਾਇਆ ਕਰੇ, ਬੇਨਤੀ ਕਰੇ ਜੀ ਮੇਰੇ ਤੋਂ ਸੇਵਾ ਲਵੋ। ਉਹਨਾਂ ਦੇ ਜੋ ਸਾਥੀ ਸਨ ਸੰਤ ਬਾਬਾ ਕਿਸ਼ਨ ਸਿੰਘ ਜੀ ਦੂਜੇ ਨੰਬਰ 'ਤੇ। ਇੱਕ ਦਿਨ ਸੰਤ ਈਸ਼ਰ ਸਿੰਘ ਜੀ ਮਾਰ ਕਹਿੰਦੇ ਵੀ ਕਿਸ਼ਨ ਸਿੰਘ, ਮਾਇਆ ਬੜੇ ਬੇਨਤੀ ਕਰਦੇ ਸੇਵਾ ਲਵੋ। ਉਹ ਕਹਿੰਦੇ ਲੈ ਲਓ ਜੀ ਸੇਵਾ। ਕਹਿੰਦੇ ਦੇਖ ਭਾਈ, ਸਾਡੇ ਭਾਗਾਂ ਦੇਸਾਂ ਵਿਦੇਸਾਂ ਜਾ ਕੇ ਕਥਾ ਵਾਰਤਾ ਕਰਨੀ, ਦੀਵਾਨ ਲਾਉਣੇ ਲਿਖਿਆ ਹੋਇਆ ਹੈ। ਇਸ ਲਈ ਜੇ ਮਾਇਆ ਆ ਗਈ ਤਾਂ ਇੱਥੇ ਬਿਲਡਿੰਗਾਂ ਬਣਨਗੀਆਂ, ਇੱਥੇ ਬੜਾ ਸਕੂਲ ਬਣਨਗੇ, ਕਾਲਜ ਬਣਨਗੇ। ਕਹਿੰਦੇ ਕੋਈ ਨਹੀਂ ਜੀ, ਮੈਂ ਜ਼ਿੰਮੇਵਾਰ, ਆਉਣ ਦਿਓ। ਅਤੇ ਉਹਨਾਂ ਨੇ ਅਗਲੇ ਦਿਨ ਜਦੋਂ ਆਈ ਮਾਇਆ, ਕਹਿੰਦੇ ਚੰਗਾ ਭਾਈ ਕਰ ਜਾ ਸੇਵਾ।
ਤੇ ਬਸ ਫਿਰ ਦੇਖਦੇ ਦੇਖਦੇ ਸੰਗਤ ਨੇ ਜਿਹੜੇ ਪੈਸੇ ਦੇਣੇ ਸ਼ੁਰੂ ਕਰਤੇ, ਬਿਲਡਿੰਗਾਂ ਬਣਨੀ ਸ਼ੁਰੂ ਕਰਤੀ। ਖਿਆਲ ਰੱਖਣਾ, ਮਾਇਆ ਉੱਤੋਂ ਨਹੀਂ ਡਿੱਗਿਆ ਕਰਦੀ। ਕਿਤੇ ਕੋਈ ਪਤਾ ਨਹੀਂ ਉੱਤੋਂ ਬੋਰੀ ਡਿੱਗੀ ਮਹਾਂਪੁਰਖਾਂ ਲਈ ਜਾਂ ਕੋਈ ਥੈਲੀ ਡਿੱਗੀ, ਨਹੀਂ, ਸੰਗਤ ਰਾਹੀਂ ਹੀ ਮਾਇਆ ਹੁੰਦੀ ਹੈ। ਪਰਮਾਤਮਾ ਸੰਗਤ ਦੇ ਵਿੱਚ ਬੈਠਾ, ਉਹ ਅੰਦਰੋਂ ਉਹਨਾਂ ਦੀ ਘੁੰਡੀ ਹੀ ਮਰੋੜ ਦਿੰਦਾ ਹੈ ਕਿ ਜੋ ਭਾਈ ਫਲਾਣੇ ਥਾਂ 'ਤੇ ਬਿਲਡਿੰਗਾਂ ਬਣ ਰਹੀਆਂ ਨੇ, ਜਾ ਕੇ ਉੱਥੇ ਮਾਇਆ ਦਿਓ, ਸੇਵਾ ਕਰੋ। ਆ ਮੈਂ ਦੇਖਿਆ, ਜਦੋਂ ਮੈਂ ਬਿਲਡਿੰਗ ਬਣਾਉਣ ਲੱਗਦਾ ਸੀ ਨਾ ਗੁਰਦੁਆਰੇ ਦੀ, ਮਾਇਆ ਤੜਾ ਤੜ ਆਉਣ ਲੱਗਦੀ ਸੀ। ਹੁਣ ਸੰਗਤ ਨੂੰ ਪਤਾ ਲੱਗਿਆ ਕੋਈ ਨਵੀਂ ਬਿਲਡਿੰਗ ਤਾਂ ਬਣ ਨਹੀਂ ਰਹੀ, ਅਤੇ ਲੰਗਰ ਪਾਣੀ ਦਾ ਹੈ, ਇਹ ਤਾਂ ਥੋੜ੍ਹੇ ਨਾਲ ਹੀ ਗੁਜ਼ਾਰਾ ਹੋ ਜਾਏਗਾ। ਸੰਗਤ ਨੇ ਵੀ ਉਸ ਤਰ੍ਹਾਂ ਦੇਣਾ ਸ਼ੁਰੂ ਕਰਤਾ। ਜਦੋਂ ਫਿਰ ਕੁਛ ਮੈਂ ਬਣਾਊਂਗਾ, ਫਿਰ ਦੇਖੋ ਫਿਰ ਧੜ ਮਾਇਆ ਆਉਣ ਲੱਗ ਜਾਏ। ਜਦੋਂ ਅਰਦਾਸਾਂ ਹੁੰਦੀਆਂ ਉਦੋਂ ਪਤਾ ਲੱਗਦਾ ਕਿੰਨੇ ਕਿੰਨੇ ਕਿਸੇ ਨੇ ਦਿੱਤੇ। ਉਦੋਂ ਫਿਰ ਮਾਇਆ ਆਪੇ ਆ ਕੇ ਸੇਵਾ ਕਰਦੀ, ਉੱਤੋਂ ਨਹੀਂ ਡਿੱਗਿਆ ਕਰਦੀ ਮਾਇਆ। ਸੋ ਗੁਰੂ ਮਹਾਰਾਜ ਕਹਿੰਦੇ, ਜਾ ਕੀ ਸੇਵਾ ਨਵ ਨਿਧ ਪਾਵੇ, ਜਿਸ ਦਾ ਸਿਮਰਨ ਕਰਕੇ ਇਸ ਬੰਦੇ ਨੂੰ 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ, ਧਨ ਹੀ ਧਨ ਪ੍ਰਾਪਤ ਹੋ ਜਾਂਦਾ ਹੈ। ਉਹ ਤਾਂ ਮਹਾਂਪੁਰਖਾਂ ਦੀ ਆਪਣੀ ਮਰਜ਼ੀ ਹੈ, ਉਹ ਥੋੜ੍ਹਾ ਵਰਤਨ ਬਹੁਤਾ ਵਰਤਨ। ਭਗਤ ਰਵਿਦਾਸ ਜੀ ਦਾ ਆਪ ਜੀ ਜੀਵਨ ਜਾਣਦੇ ਹੋ। ਪਰਮਾਤਮਾ ਸਾਧੂ ਦਾ ਰੂਪ ਧਾਰ ਕੇ ਆ ਗਿਆ ਹੈ। ਕਹਿੰਦੇ ਭਗਤ ਜੀ ਆ ਮੈਂ ਜੁੱਤੀ ਗੰਢਾਉਣੀ, ਕਹਿੰਦੇ ਬੈਠੋ ਮਹਾਤਮਾ ਜੀ ਗੰਢ ਦਿੰਦੇ। ਉਹ ਸੰਤਾਂ ਮਹਾਤਮਾ ਤੋਂ ਜੁੱਤੀ ਦਾ ਜਾਂ ਜੁੱਤੀ ਗੰਢਣ ਦਾ ਕੋਈ ਪੈਸਾ ਨਹੀਂ ਸੀ ਲਿਆ ਕਰਦੇ। ਭਗਤ ਰਵਿਦਾਸ ਜੀ ਸੇਵਾ ਕਰਦੇ ਸਨ, ਵੀ ਧੰਨ ਭਾਗ ਹੈ ਕੋਈ ਸਾਧੂ ਮੇਰੇ ਘਰ ਆਇਆ ਹੈ। ਸਾਧੂ ਹੋਵੇ ਸਹੀ, ਸਾਧੂ ਦੇ ਜਿੱਥੇ ਚਰਨ ਧਰ ਦਿੰਦਾ ਨਾ, ਧਰਤੀ ਪਵਿੱਤਰ ਹੋ ਜਾਂਦੀ ਹੈ। ਐਵੇਂ ਨਹੀਂ ਲੋਕ ਸਾਧੂਆਂ ਦੇ ਚਰਨਾਂ 'ਤੇ ਮੱਥੇ ਟੇਕਦੇ, ਐਵੇਂ ਨਹੀਂ ਟੇਕਦੇ। ਜੇ ਹੋਵੇ ਸਾਧੂ, ਉਹਦੇ ਚਰਨ ਇੰਨੇ ਪਵਿੱਤਰ ਹੁੰਦੇ ਨੇ ਕਿ ਜਿਉਂ ਹੀ ਮੱਥਾ ਟੇਕਦੇ ਹੋ ਤੁਹਾਡੀ ਰਖਾਵਾਂ ਹੀ ਬਦਲਣੀ ਸ਼ੁਰੂ ਹੋ ਜਾਂਦੀ ਮੱਥੇ ਦੀਆਂ। ਸੋ ਹੁਣ ਆਖਿਆ ਧੰਨ ਭਾਗ ਕੋਈ ਮਹਾਤਮਾ ਆਏ ਨੇ, ਕਹਿੰਦੇ ਬੈਠੋ ਜੀ ਮਹਾਤਮਾ ਜੀ, ਜੁੱਤੀ ਗੰਢਣ ਲੱਗ ਗਏ ਨੇ। ਉਹ ਰੱਬ ਜਿਹੜਾ ਸੀ ਸਾਧੂ ਬਣ ਕੇ ਆਇਆ ਸੀ, ਉਹ ਕਹਿੰਦਾ ਭਗਤ ਜੀ ਤੁਸੀਂ ਕਰਦੇ ਹੋ ਭਜਨ ਬੰਦਗੀ, ਤੁਹਾਨੂੰ ਲੋਕ ਭਗਤ ਜੀ ਕਹਿੰਦੇ ਨੇ, ਪਰ ਤੁਸੀਂ ਤਾਂ ਗਰੀਬ ਹੋ। ਜੇ ਭਜਨ ਬੰਦਗੀ ਕਰਨ ਵਾਲਾ ਗਰੀਬ ਹੋਵੇ ਨਾ, ਲੋਕ ਭਜਨ ਬੰਦਗੀ ਨਹੀਂ ਕਰਦੇ। ਉਹ ਕਹਿੰਦੇ ਲੈ ਭਜਨ ਬੰਦਗੀ ਕਰਨ ਵਾਲੇ ਕਿਹੜਾ ਅਮੀਰ ਨੇ, ਇਹ ਤਾਂ ਆਪ ਭੁੱਖੇ ਮਰਦੇ ਨੇ, ਇਹ ਤਾਂ ਆਪ ਝੌਂਪੜੀਆਂ 'ਚ ਰਹਿੰਦੇ ਨੇ। ਇਸ ਲਈ ਕਹਿੰਦੇ ਤੁਹਾਡਾ ਅਮੀਰ ਹੋਣਾ ਜ਼ਰੂਰੀ ਹੈ। ਕਹਿੰਦੇ ਮੇਰੇ ਕੋਲ ਪਾਰਸ ਹੈ, ਇਹ ਤੁਸੀਂ ਲੈ ਲਓ। ਆਹ ਜਿਹੜੇ ਤੁਹਾਡੇ ਲੋਹੇ ਦੇ ਹਥਿਆਰ ਨੇ ਨਾ, ਇਹਨਾਂ ਦੇ ਨਾਲ ਪਾਰਸ ਛੋਹੋ, ਇਹ ਸੋਨੇ ਦੇ ਹੋ ਜਾਣਗੇ। ਫਿਰ ਬਾਜ਼ਾਰ 'ਚ ਸੋਨਾ ਵੇਚ ਕੇ ਵਧੀਆ ਘਰ ਪਾਓ, ਲੰਗਰ ਲਾਓ, ਮੌਜਾਂ ਕਰੋ, ਚੰਗੇ ਕੱਪੜੇ ਪਹਿਨੋ, ਠਾਠ ਨਾ ਰਹੋ, ਤਾਂ ਜੇ ਲੋਕ ਕਹਿਣ ਹਾਂ ਬਈ ਭਜਨ ਬੰਦਗੀ ਕਰਨ ਵਾਲਾ ਬੰਦਾ ਅਮੀਰ ਹੁੰਦਾ ਹੈ। ਉਹ ਕਹਿੰਦੇ ਨਾ ਜੀ, ਸਾਨੂੰ ਨਹੀਂ ਤੁਹਾਡਾ ਪਾਰਸ ਚਾਹੀਦਾ, ਸਾਨੂੰ ਨਹੀਂ ਚਾਹੀਦਾ ਤੁਹਾਡਾ ਪਾਰਸ। ਬਥੇਰਾ ਉਹਨਾਂ ਨੇ ਕਿਹਾ, ਉਹ ਨਹੀਂ ਮੰਨੇ, ਕਹਿੰਦੇ ਮੈਨੂੰ ਤੁਹਾਡਾ ਪਾਰਸ ਨਹੀਂ ਚਾਹੀਦਾ ਹੈ। ਪਰ ਜੇ ਉਹ ਪਾਰਸ ਵਰਤ ਲੈਂਦੇ ਤਾਂ ਫਿਰ ਉਹਨੇ ਉੱਥੇ ਹੀ ਲੱਖਾਂ ਪਤੀ ਹੋ ਜਾਣਾ ਸੀ, ਕਿਉਂਕਿ ਪਰਮਾਤਮਾ ਮਾਇਆ ਦੀ ਕੋਈ ਕਮੀ ਨਹੀਂ ਰਹਿਣ ਦਿੰਦਾ। ਫਿਰ ਕੀ ਹੋਇਆ, ਜਦੋਂ ਉਹਨਾਂ ਨੇ ਸਵੇਰੇ ਭਜਨ ਬੰਦਗੀ ਕਰਕੇ ਉੱਠਣਾ, ਪੁਰਾਣੇ ਜ਼ਮਾਨੇ 'ਚ ਬੋਰੀਆਂ ਵਿਛਾ ਕੇ ਬੈਠੇਗਾ ਚੌਂਕੜੀ ਵਿੱਚ, ਸਾਡੀ ਤਰ੍ਹਾਂ ਹੁਣ ਗੱਦਿਆਂ 'ਤੇ ਨਹੀਂ ਸੀ ਬਹਿੰਦੇ ਆਪਾਂ, ਤਾਂ ਸੁੱਖ ਰਹਿਣੇ ਹੋ ਗਏ ਨਾ। ਹੇਠਾਂ 4 ਇੰਚ ਮੋਟਾ ਗੱਦਾ ਆਪਣੇ, ਫਿਰ ਢੋਹ ਲਾਈ ਹੁੰਦੀ ਸਿਰਹਾਣੇ ਨੂੰ, ਫਿਰ ਆਪਾਂ ਜਿਹੜਾ ਹੈ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ। ਪੁਰਾਣੇ ਜ਼ਮਾਨੇ ਧਰਤੀ 'ਤੇ ਬਹਿੰਦੇ ਸਨ ਆਸਨ ਵਿਛਾ ਕੇ। ਜਦੋਂ ਉਹਨਾਂ ਆਸਨ ਝਾੜਨਾ, ਹੇਠੋਂ 5 ਮੋਹਰਾਂ ਸੋਨੇ ਦੀ ਨਿਕਲ ਆਉਣੀ ਭਗਤ ਰਵਿਦਾਸ ਜੀ ਨੇ। ਉਹਨਾਂ ਨੇ ਕੋਈ ਪਰਵਾਹ ਨਹੀਂ ਚੱਕਣੀ, ਆਲੇ 'ਚ ਰੱਖ ਦੇਣੀ। ਕਈ ਦਿਨ ਬੀਤ ਗਏ, ਪਰਮਾਤਮਾ ਫਿਰ ਆਕਾਸ਼ਬਾਣੀ ਹੋਈ, ਰਵਿਦਾਸ ਜੀ ਇਹ ਮੋਹਰਾਂ ਮੈਂ ਤੁਹਾਨੂੰ ਦਿੰਦਾ, ਤੁਸੀਂ ਜਿਹੜਾ ਹੈ ਵਧੀਆ ਘਰ ਪਾਓ, ਧਰਮਸ਼ਾਲਾ ਬਣਾਓ, ਲੰਗਰ ਲਾਓ, ਦੋਨੋਂ ਟਾਈਮ ਸੰਗਤ ਆਵੇ, ਸੰਗਤ ਕਰੋ, ਸੰਗਤ ਨੂੰ ਉਪਦੇਸ਼ ਦਿਓ ਸਾਡਾ। ਅਤੇ ਫਿਰ ਉਹਨਾਂ ਨੇ ਮਾਇਆ ਦੀ ਵਰਤੋਂ ਕੀਤੀ। ਸਭ ਭਗਤੀ ਕਰਨ ਵਾਲਿਆਂ ਨੂੰ ਮਾਇਆ ਦੀ ਕੋਈ ਕਮੀ ਨਹੀਂ ਰਹਿੰਦੀ। ਜਾ ਕੀ ਸੇਵਾ ਨਵ ਨਿਧ ਪਾਵੈ, ਜਿਸ ਦੀ ਸੇਵਾ ਕਰਕੇ ਸਿਮਰਨ ਕਰਕੇ ਤੈਨੂੰ 9 ਨਿਧੀਆਂ ਪ੍ਰਾਪਤ ਹੁੰਦੀਆਂ ਨੇ ਨਾ। ਤਾ ਸਿਉ ਮੂੜਾ ਮਨ ਨਹੀਂ ਲਾਵੈ, ਤਾ
ਉਸ ਸਿਉ ਨਾਲ, ਤਾ ਸਿਉ ਉਸ ਨਾਲ, ਮੂੜਾ ਇਹ ਮੂਰਖ ਬੰਦਾ ਮਨ ਨਹੀਂ ਲਾਉਂਦਾ। ਜਿਹਦੀ ਭਜਨ ਬੰਦਗੀ ਕਰਕੇ ਧਨ ਦੌਲਤ ਮਿਲਦਾ ਹੈ, ਇਹ ਮੂਰਖ ਇਨਸਾਨ ਉਸ ਪਰਮਾਤਮਾ ਦੇ ਨਾਲ ਮਨ ਹੀ ਨਹੀਂ ਜੋੜਦਾ। ਜੋ ਠਾਕੁਰ ਸਦ ਸਦਾ ਹਜ਼ੂਰੇ, ਜਿਹੜਾ ਪਰਮਾਤਮਾ ਸਦਾ ਹੀ ਹਾਜ਼ਰ ਨਾਜ਼ਰ ਹੈ। ਹਜ਼ੂਰੇ ਹਾਜ਼ਰ ਨਾਜ਼ਰ, ਹਰ ਵਕਤ ਕੋਲ, ਹਰ ਵਕਤ ਸਾਹਮਣੇ। ਜੋ ਠਾਕੁਰ ਸਦ ਸਦਾ ਹਜ਼ੂਰੇ, ਕਿਉਂਕਿ ਠਾਕੁਰ ਜਿਹੜਾ ਪਰਮਾਤਮਾ ਤਾਂ ਸਾਡੇ ਅੰਦਰ ਹੀ ਰਹਿੰਦਾ, ਇਸ ਲਈ ਹਾਜ਼ਰ ਨਾਜ਼ਰ ਹੀ ਹੈ। ਉਹਨੂੰ ਆਵਾਜ਼ਾਂ ਮਾਰਨ ਦੀ ਤਾਂ ਲੋੜ ਹੀ ਨਹੀਂ, ਉਹ ਕਿਤੇ ਦੂਰ ਨਹੀਂ ਬੈਠਾ। ਪਰ ਇਹ ਬੰਦਾ ਜਿਹੜਾ ਨਾ, ਤਾ ਕੋ ਅੰਧਾ ਜਾਣਤ ਦੂਰੇ, ਤਾ ਕਹੋ ਉਸ ਨੂੰ, ਉਸ ਪਰਮਾਤਮਾ ਨੂੰ ਅੰਧਾ, ਇਹ ਅਗਿਆਨੀ ਬੰਦਾ ਜਾਣਤ ਦੂਰੇ, ਦੂਰ ਸਮਝਦਾ ਹੈ। ਅਗਿਆਨੀ ਬੰਦਾ ਉਸ ਰੱਬ ਨੂੰ ਦੂਰ ਸਮਝਦਾ ਹੈ, ਜਿਹੜਾ ਕਿ ਹਾਜ਼ਰ ਨਾਜ਼ਰ ਹੈ, ਜਿਹੜਾ ਕਿ ਸਦਾ ਹੀ ਨਾਲ ਹੈ, ਜੋ ਕਿ ਹਰ ਇੱਕ ਦੇ ਹਿਰਦੇ ਵਿੱਚ ਵਸਦਾ ਹੈ। ਕਿਉਂਕਿ ਹਰ ਇੱਕ ਦੇ ਵਿੱਚ ਵਸਦਾ ਹੈ, ਇਸ ਲਈ ਉਹਨਾਂ ਨੂੰ ਪੁਰਖ ਕਿਹਾ ਜਾਂਦਾ। ਪਰਮਾਤਮਾ ਕਰਤਾ ਤੇ ਹੈ, ਹਰ ਇੱਕ ਚੀਜ਼ ਨੂੰ ਬਣਾਉਣ ਵਾਲਾ ਉਹ ਹੈ, ਪਰ ਉਹਦੀ ਦੂਜੀ ਸਿਫਤ ਹੈ ਕਿ ਜੋ ਵੀ ਉਹ ਬਣਾਉਂਦਾ ਉਹਦੇ ਵਿੱਚ ਉਹ ਹੁੰਦਾ। ਦਰਖਤ ਬਣਾਇਆ, ਪਰਮਾਤਮਾ ਦਰਖਤ ਦੇ ਵਿੱਚ ਹੈ। ਪਹਾੜ ਬਣਾਇਆ, ਪਰਮਾਤਮਾ ਪਹਾੜ ਦੇ ਵਿੱਚ ਹੈ। ਸਮੁੰਦਰ ਬਣਾਇਆ, ਸਮੁੰਦਰ ਦੇ ਵਿੱਚ ਹੈ। ਬੰਦਾ ਬਣਾਇਆ, ਬੰਦੇ ਦੇ ਵਿੱਚ ਹੈ। ਕੀੜੀ ਬਣਾਈ ਹੈ, ਕੀੜੀ ਦੇ ਵਿੱਚ ਹੈ। ਹਾਥੀ ਬਣਾਇਆ, ਹਾਥੀ 'ਚ ਹੈ। ਪਰਮਾਤਮਾ ਹਰ ਇੱਕ ਚੀਜ਼ ਦੇ ਵਿੱਚ ਹੈ, ਪਰ ਇਹ ਉਸ ਨੂੰ ਦੂਰ ਸਮਝਦਾ ਹੈ। ਜਿਵੇਂ ਆਪਾਂ ਸੁਣਿਆ ਸੱਚਖੰਡ ਵਸੈ ਨਿਰੰਕਾਰ, ਅਤੇ ਆਪਾਂ ਸੋਚਦੇ ਧਰਮਰਾਜ ਹੀ ਇੰਨੀ ਦੂਰ ਹੈ, ਅਤੇ ਸੱਚਖੰਡ ਪਤਾ ਨਹੀਂ ਕਿੰਨੀ ਕੁ ਦੂਰ ਹੋਏਗਾ। ਨਿਰੰਕਾਰ ਤਾਂ ਵਾਕਈ ਬੜਾ ਹੀ ਦੂਰ ਹੋਣਾ ਹੈ, ਪਰ ਇਹਨੂੰ ਇਹ ਨਹੀਂ ਪਤਾ ਕਿ ਇੱਕ ਦਿਨ ਆਏਗਾ ਤੂੰ ਨਾਮ ਜਪੀ ਜਾ, ਤੇਰੇ ਅੰਦਰ ਹੀ ਸੱਚਖੰਡ ਪ੍ਰਗਟ ਹੋ ਜਾਣਾ ਹੈ। ਅੰਦਰ ਹੀ ਹੈ ਸਾਡੇ ਸਭ ਕੁਝ। ਜੋ ਬ੍ਰਹਮੰਡ ਸੋਈ ਪਿੰਡ, ਜੋ ਖੋਜੈ ਸੋ ਪਾਵੈ। ਪਰਮਾਤਮਾ ਜਿਹੜਾ ਹੈ ਹਾਜ਼ਰ ਨਾਜ਼ਰ ਹੈ, ਪਰ ਅਗਿਆਨੀ ਬੰਦਾ ਇਸ ਨੂੰ ਦੂਰ ਸਮਝਦਾ ਹੈ। ਅਸੀਂ ਤਾਂ ਆਪ ਗੁਰੂ ਨੂੰ, ਰੱਬ ਨੂੰ ਦੂਰ ਸਮਝਦੇ ਹਾਂ। ਬੜੀ ਮੈਂ ਕੋਸ਼ਿਸ਼ ਕਰਦਾ, ਜਿਵੇਂ ਬਾਣੀ ਕਹਿੰਦੀ ਹੈ ਕਿ ਗੁਰੂ ਤਾਂ ਸਦਾ ਹੀ ਨਾਲ ਹੈ, ਸਤਿਗੁਰ ਸੰਗ ਸਦਾ ਹੈ ਨਾਲੇ, ਗੁਰ ਕਾ ਸ਼ਬਦ ਬਸੈ ਜੀ ਨਾਲੇ। ਜਿਹਦੇ ਹਿਰਦੇ 'ਚ ਗੁਰੂ ਦਾ ਸ਼ਬਦ ਵਸਦਾ ਹੈ, ਉਹ ਤਾਂ ਗੁਰੂ ਉਹਦੇ ਨਾਲ ਹੀ ਹੈ। ਜਦ ਤੁਸੀਂ ਕੋਈ ਵੀ ਬਾਣੀ ਪੜ੍ਹ ਰਹੇ ਹੋ, ਗੁਰੂ ਤੁਹਾਡੇ ਨਾਲ ਹੈ। ਉਹ ਸੁਣ ਰਿਹਾ ਹੈ, ਉਹ ਵੇਖ ਵੀ ਰਹੇ ਨੇ। ਜਦ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਵਾਹਿਗੁਰੂ ਸਾਡੇ ਨਾਲ ਹੈ। ਉਹ ਸਾਨੂੰ ਵੇਖ ਰਿਹਾ ਹੈ, ਉਹ ਸਾਨੂੰ ਸੁਣ ਰਿਹਾ ਹੈ। ਮੈਨੂੰ ਵੀ ਗਿਆਨ ਹੈ, ਤੁਹਾਨੂੰ ਵੀ ਹੋ ਗਿਆ ਹੋਣਾ, ਪਰ ਵਿਸ਼ਵਾਸ ਨਹੀਂ ਆ ਰਿਹਾ। ਜਿੱਦੇ ਕਿਤੇ ਵਿਸ਼ਵਾਸ ਆ ਗਿਆ ਨਾ ਸੱਚੀ ਹੋਈ ਇਸ ਗੱਲ 'ਤੇ, ਬੁਰਾ ਕੰਮ ਤਾਂ ਕਿਤੇ ਰਹਿ, ਬੁਰਾ ਖਿਆਲ ਵੀ ਅੰਦਰ ਨਹੀਂ ਆ ਸਕਦਾ। ਇੱਕਦਮ ਬੰਦਾ ਡਰ ਜਾਏਗਾ। ਕਿਉਂ? ਪਰਮਾਤਮਾ ਵੇਖ ਰਿਹਾ। ਮੈਂ ਜਿਹੜਾ ਖਿਆਲ ਹੈ ਉਹ ਪਰਮਾਤਮਾ ਨੂੰ ਪਤਾ ਹੈ, ਉਹ ਤਾਂ ਅੰਤਰਜਾਮੀ ਹੈ, ਉਹ ਤਾਂ ਅੰਦਰ ਬੈਠਾ ਹੈ। ਬੰਦਾ ਡਰ ਜਾਏਗਾ, ਉਹ ਬੁਰਾ ਸੋਚ ਹੀ ਨਹੀਂ ਸਕੇਗਾ। ਕਰਨਾ ਤਾਂ ਕਿਤੇ ਰਿਹਾ, ਪਰ ਅਸੀਂ ਜਿਹੜਾ ਹੈ ਰੱਬ ਨੂੰ ਕਿਤੇ ਦੂਰ ਸਮਝੀ ਬੈਠੇ। ਗਿਆਨ ਹੈ, ਪਰ ਉਸ ਗਿਆਨ 'ਤੇ ਸਾਨੂੰ 100% ਅਜੇ ਤੱਕ ਵਿਸ਼ਵਾਸ ਹੀ ਨਹੀਂ ਬੱਝਿਆ। ਹਾਂ, ਤੁਹਾਡੇ 'ਚੋਂ ਕਿਸੇ ਨੂੰ ਬੱਝ ਗਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਮੈਂ ਅਜੇ ਯਤਨਸ਼ੀਲ ਹਾਂ। ਪਤਾ ਨਹੀਂ ਮਰਨ ਤੱਕ ਵਿਸ਼ਵਾਸ ਬੱਝ ਜਾਏਗਾ ਕਿ ਨਹੀਂ ਬੱਝ ਜਾਏਗਾ। ਕੀ ਮੈਂ ਇਸ ਤਰ੍ਹਾਂ ਵਾਕਈ ਮਹਿਸੂਸ ਕਰਨ ਲੱਗ ਜਾਵਾਂਗਾ ਕਿ ਗੁਰੂ ਮੇਰੇ ਨਾਲ ਹੈ, ਰੱਬ ਮੇਰੇ ਨਾਲ ਹੈ, ਉਹ ਮੈਨੂੰ ਵੇਖ ਰਿਹਾ ਹੈ, ਉਹ ਮੈਂ ਕੀ ਕਰ ਰਿਹਾ ਉਹ ਵੇਖ ਰਿਹਾ, ਮੈਂ ਕੀ ਸੋਚ ਰਿਹਾ ਉਹਦਾ ਵੀ ਉਹਨੂੰ ਪਤਾ ਹੈ, ਕਿਉਂਕਿ ਉਹ ਅੰਤਰਜਾਮੀ ਹੈ। ਇਹੋ ਜਿਹੇ ਪਰਮਾਤਮਾ ਨੂੰ ਇਹ ਮੂਰਖ ਇਨਸਾਨ ਦੂਰ ਸਮਝਦਾ। ਜਾ ਕੀ ਟਹਿਲ ਪਾਵੈ ਦਰਗਾਹ ਮਾਨ। ਖਿਆਲ ਰੱਖਣਾ, ਜੇ ਦੱਦਾ ਰਾਰਾ ਗੱਗਾ ਹਾਹਾ ਹਿੰਦੀ ਜਾਂ ਪੰਜਾਬੀ ਦਾ ਸ਼ਬਦ ਹੁੰਦਾ, ਫਿਰ ਇਹਦਾ ਉਚਾਰਨ ਹੋਣਾ ਸੀ ਦਰਗਾਹ। ਜਿਵੇਂ ਕਿ ਆਮ ਕਰਦੇ ਰਹੇ 25 ਸਾਲ, ਮੈਂ ਵੀ ਇਹਦਾ ਉਚਾਰਨ ਦਰਗਾਹ ਹੀ ਕਰਦਾ ਰਿਹਾ। 28 ਸਾਲ ਹੋ ਕੇ ਮੈਨੂੰ ਸੰਥਿਆ ਦਿੰਦੇ ਆ,
3 ਸਾਲ ਪਹਿਲਾਂ ਮੈਨੂੰ ਪਤਾ ਲੱਗਾ ਕਿ ਇਹਦਾ ਉਚਾਰਨ ਦਰਗਾਹ ਨਹੀਂ ਹੈ, ਇਹਦਾ ਉਚਾਰਨ ਹੈ ਦਰਗਾਹ, ਕਿਉਂਕਿ ਅਰਬੀ ਫਾਰਸੀ ਦਾ ਸ਼ਬਦ ਹੈ ਅਤੇ ਅਰਬੀ ਫਾਰਸੀ ਦੇ ਵਿੱਚ ਇਹਦਾ ਉਚਾਰਨ ਹੈ ਦਰਗਾਹ। ਜਿਵੇਂ ਆਪਾਂ ਕਹਿੰਦੇ ਪੀਰ ਦੀ ਦਰਗਾਹ ਹੈ, ਆਪਾਂ ਨਹੀਂ ਕਹਿੰਦੇ ਪੀਰ ਦੀ ਦਰਗਾਹ ਹੈ, ਆਪਾਂ ਕਹਿੰਦੇ ਪੀਰ ਦੀ ਦਰਗਾਹ ਹੈ। ਇਸ ਲਈ ਇਹਦਾ ਉਚਾਰਨ ਹੈ ਦਰਗਾਹ, ਚਾਹੇ ਹਾਹੇ ਨੂੰ ਸਿਹਾਰੀ ਲੱਗੀ ਹੋਵੇ ਅਤੇ ਚਾਹੇ ਸਿਹਾਰੀ ਤੋਂ ਹਾਹਾ ਬਿਣਾ ਹੋਵੇ। ਜਾ ਕੀ ਟਹਿਲ ਪਾਵੈ ਦਰਗਾਹ ਮਾਣ, ਜਿਸ ਦੀ ਸੇਵਾ ਕਰਕੇ, ਜਿਸ ਪਰਮਾਤਮਾ ਦੀ ਸੇਵਾ ਕਰਕੇ ਨੂੰ ਦਰਗਾਹ ਦੇ ਵਿੱਚ ਆਦਰ ਮਾਣ ਸਤਿਕਾਰ ਮਿਲਦਾ। ਜਦੋਂ ਕੋਈ ਮਨੁੱਖ ਪਰਮਾਤਮਾ ਦਾ ਸਿਮਰਨ ਕਰਕੇ ਜਾਂਦਾ ਨਾ ਉਹਦੀ ਦਰਗਾਹ 'ਚ, ਉਹ ਕਹਿੰਦੇ ਰੇ ਰੇ ਦਰਗਾਹ ਕਹੈ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਉਹਨੂੰ ਦਰਗਾਹ 'ਚ ਕੋਈ ਦੁਰਕਾਰਦਾ ਨਹੀਂ, ਉਹ ਕਿੱਥੇ ਆ ਗਿਆ ਨਿਕਲ ਬਾਹਰ। ਜਿਵੇਂ ਕੁੱਤਾ ਗੁਰਦੁਆਰੇ 'ਚ ਅੰਦਰ ਵੜਨ ਲੱਗਿਆ, ਆਪਾਂ ਕਹਿੰਦੇ ਟਿਕ ਟਿਕ ਕਰਦੇ, ਇਹ ਕਿੱਥੇ ਆ ਗਿਆ ਤੇ ਨਿਕਲ ਬਾਹਰ। ਕਿਸੇ ਜਾਨਵਰ ਨੂੰ, ਕੁੱਤੇ ਬਿੱਲੀ ਨੂੰ ਆਪਾਂ ਅੰਦਰ ਨਹੀਂ ਵੜਨ ਦਿੰਦੇ, ਪਰ ਉੱਥੇ ਜਦੋਂ ਨਾਮ ਜਪ ਕੇ ਬੰਦਾ ਜਾਂਦਾ ਨਾ, ਰੇ ਰੇ ਦਰਗਾਹ ਕਹੈ ਨਾ ਕੋਈ ਦੁਰਕਾਰਦਾ ਨਹੀਂ, ਆਓ ਬੈਠ, ਆਓ ਜੀ ਬੈਠੋ, ਆਦਰ ਸ਼ੁਭ ਦਿਓ, ਉਹਦਾ ਆਦਰ ਮਾਣ ਕਰਦੇ, ਆਓ ਜੀ ਬੈਠੋ, ਆਓ ਜੀ ਬੈਠੋ, ਕਿਉਂਕਿ ਨਾਮ ਜਪਿਆ ਹੁੰਦਾ ਹੈ। ਤਿਸੈ ਵਿਸਾਰੈ ਮੁਗਧ ਅਜਾਨ, ਇਹ ਮੂਰਖ, ਮੁਗਧ ਮਹਾਮੂਰਖ, ਅਜਾਨ ਹੁੰਦਾ ਅਗਿਆਨੀ, ਇਹ ਮੂਰਖ ਇਨਸਾਨ ਹੈ, ਇਹ ਅਗਿਆਨੀ ਹੈ, ਇਹੋ ਜਿਹੇ ਰੱਬ ਨੂੰ ਭੁਲਾ ਹੀ ਦਿੰਦਾ। ਤਿਸੈ ਵਿਸਾਰੈ, ਉਸ ਰੱਬ ਨੂੰ ਭੁਲਾ ਦਿੰਦਾ ਹੈ। ਫਿਰ ਕਹਿੰਦੇ ਸਦਾ ਸਦਾ ਇਹ ਭੁੱਲਣਹਾਰ, ਇਹ ਬੰਦਾ ਤੇ ਭੁੱਲਣਹਾਰ ਹੈ। ਇੰਗਲਿਸ਼ ਵਾਲੇ ਕਹਿੰਦੇ ਟੂ ਐਰ ਇਜ਼ ਹਿਊਮਨ, ਇਨਸਾਨ ਗਲਤੀ ਦਾ ਪੁਤਲਾ ਹੈ। ਹਰ ਇਨਸਾਨ ਗਲਤੀਆਂ ਕਰਦੇ, ਇਸ 'ਚ ਕੋਈ ਸ਼ੱਕ ਨਹੀਂ। ਤੁਸੀਂ ਵੀ ਕਰਦੇ ਹੋ ਕੋਈ ਨਾ ਕੋਈ ਗਲਤੀ, ਮੈਂ ਵੀ ਕਰਦਾ, ਅਸੀਂ ਭੁੱਲਣਹਾਰ ਹਾਂ, ਸਦਾ ਹੀ ਭੁੱਲਣਹਾਰ ਹਾਂ। ਸਦਾ ਸਦਾ ਇਹ ਭੁੱਲਣਹਾਰ, ਇਹ ਮਨੁੱਖ ਤੇ ਸਦਾ ਹੀ ਭੁੱਲਣਹਾਰ ਹੈ। ਹੁਣ ਬੇਨਤੀ ਕਰਦੇ ਨੇ ਪਰਮਾਤਮਾ ਨੂੰ, ਨਾਨਕ ਰਾਖਣਹਾਰ ਅਪਾਰ, ਹੈ ਪਰਮਾਤਮਾ ਤੂੰ ਤੇ ਰੱਖਿਆ ਕਰਨ ਵਾਲਾ ਹੈ, ਤੂੰ ਬੇਅੰਤ ਹੈ, ਤੂੰ ਰੱਖਿਆ ਕਰਨ ਵਾਲਾ ਹੈ, ਤੂੰ ਵੀ ਫਿਰ ਜੀਵਾਂ ਦੀ ਰੱਖਿਆ ਕਰ। ਇਹ ਤਾਂ ਭੁੱਲਣਹਾਰ ਨੇ, ਤੂੰ ਹੀ ਕਿਰਪਾ ਕਰਨ ਵਾਲਾ ਹੈ, ਤੂੰ ਹੀ ਇਹਨਾਂ ਭੁੱਲਾਂ ਤੋਂ ਬਚਾਉਣ ਵਾਲਾ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।